फिर अगले दिन सवेरे कर्मा ते रेशम दोवें रेशम दे घर उसदे बेबे बापू नूं मिलन जाण लई तैयार हो रहे सन। कर्मा जद बाहरों पग पिन लैके अपने कमरे च आया तां रेशम शीशे मोहरे खड़ी हार शिंगार लगा रही सी। ਉਹ ਕਰਮੇ ਨੂੰ ਦਰਵਾਜ਼ੇ 'ਚ ਖੜ ਕੇ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ, ਕਰਮਦੀਪ ਜੀ ਤੁਸੀਂ ਉੱਥੇ ਖੜੇ ਕੀ ਕਰ ਰਹੇ ਹੋ? ਇੱਧਰ ਆਓ ਮੇਰੇ ਕੋਲ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਫਿਰ ਜਦ ਕਰਮਾ ਰੇਸ਼ਮ ਦੇ ਕੋਲ ਆਇਆ ਤਾਂ ਉਹ ਉਸ ਨੂੰ ਬੈੱਡ ਤੇ ਬਿਠਾ ਕੇ ਉਸਦੇ ਹੱਥੋਂ ਪਿੰਨ ਲੈ ਕੇ ਉਸਦੀ ਪੱਗ 'ਚ ਪਿੰਨ ਲਗਾਉਂਦੇ ਹੋਏ ਕਹਿਣ ਲੱਗੀ, ਕਰਮਦੀਪ ਜੀ ਮੈਨੂੰ ਭਾਬੀ ਨੇ ਸਭ ਕੁਝ ਦੱਸ ਦਿੱਤਾ ਹੈ ਜੀ, ਪਰ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਕੱਲ ਵਾਲੀ ਗੱਲ ਦੇ ਕਰਕੇ ਮਾਫੀ ਮੰਗਣਾ ਚਾਹੁੰਦੀ ਹਾਂ। ਕੱਲ ਸਾਡੇ ਵਿਆਹ ਵੇਲੇ ਵੀ ਮੇਰੇ ਕਿਸੇ ਵੀ ਵੀਰ ਨੇ ਸਿੱਧੇ ਮੂੰਹ ਨਾਲ ਮੇਰਾ ਕੋਈ ਵੀ ਕਾਰਜ ਨਹੀਂ ਕੀਤਾ। ਗੱਲ ਲਾਵਾਂ ਲੈਣ ਦੀ ਹੋਵੇ ਭਾਵੇਂ ਜਾਂ ਫਿਰ ਮੈਨੂੰ ਡੋਲੀ 'ਚ ਬਿਠਾ ਕੇ ਵਿਦਾ ਕਰਨੇ ਦੀ, ਉਹਨਾਂ ਨੇ ਇਹ ਸਭ ਕੰਮ ਤਾਂ ਐਵੇਂ ਕੀਤੇ ਜਿਵੇਂ ਉਹ ਕੋਈ ਮੇਰੇ ਤੇ ਅਹਿਸਾਨ ਕਰ ਰਹੇ ਹੋਣ। ਉੱਪਰੋਂ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ। ਦੋਵੇਂ ਜਾਣੇ ਬਸ ਆਪੋ ਆਪਣੀ ਹਵਾ 'ਚ ਬਸ ਘੁੰਮ ਰਹੇ ਸਨ। ਉਹ ਤਾਂ ਮੇਰਾ ਛੋਟਾ ਭਰਾ ਹੀ ਚੰਗਾ ਨਿਕਲਿਆ ਜੋ ਹਰ ਵੇਲੇ ਤੁਹਾਡੇ ਕੋਲ ਰਿਹਾ। ਆਪਣੇ ਹੋਣ ਵਾਲੇ ਜਵਾਈ ਭਾਈ ਦਾ ਉਹ ਭੋਰਾ ਤਾਂ ਖਿਆਲ ਕਰਦੇ। ਦੋਨਾਂ 'ਚੋਂ ਕਿਸੇ ਨੇ ਵੀ ਸਿੱਧੇ ਮੂੰਹ ਨਾਲ ਤੁਹਾਡੇ ਨਾਲ ਗੱਲ ਤੱਕ ਵੀ ਨਹੀਂ ਕੀਤੀ। ਕੀ ਆਹੀ ਭੈਣ ਭਰਾ ਦਾ ਰਿਸ਼ਤਾ ਹੁੰਦਾ ਏ? ਮੈਂ ਸਿਰਫ ਵਿਆਹ ਹੀ ਕਰਵਾਇਆ ਏ, ਉਹ ਵੀ ਉਸ ਇਨਸਾਨ ਨਾਲ ਜੋ ਮੈਨੂੰ ਪਸੰਦ ਸੀ। ਨਾ ਕੋਈ ਜ਼ਮੀਨ ਜਾਇਦਾਦ 'ਚੋਂ ਹਿੱਸਾ ਮੰਗਿਆ, ਨਾ ਕੁਝ। ਉਹਨਾਂ ਨੇ ਤਾਂ ਮੇਰੇ ਸਿਰ ਉੱਤੇ ਹੱਥ ਰੱਖ ਕੇ ਜਾਂਦੀ ਵਾਰੀ ਦਾ ਪਿਆਰ ਵੀ ਨਹੀਂ ਦਿੱਤਾ। ਬੇਬੇ ਬਾਪੂ ਵੀ ਉਹਨਾਂ ਦੇ ਇਸ ਰਵੱਈਆ ਤੇ ਨਿਰਾਸ਼ ਜਿਹੇ ਸਨ। ਕਰਮਾ ਫਿਰ ਰੇਸ਼ਮ ਦਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਕਹਿਣ ਲੱਗਾ, ਲੈ ਰੇਸ਼ਮ ਤੂੰ ਕਿਉਂ ਮਾਫੀ ਮੰਗ ਰਹੀ ਹੈ? ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ। ਦੇਖ ਮੈਨੂੰ ਵੀ ਇਹ ਸਭ ਪਤਾ ਤੇ ਵੀਰੇ ਹੁਣੇ ਨੇ ਤਾਂ ਮੈਨੂੰ ਸਾਡੇ ਵਿਆਹ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਨੂੰ ਉਸ ਘਰ ਵਿੱਚ ਆਪਣੀ ਜਵਾਈ ਭਾਈ ਵਾਲੀ ਇੱਜ਼ਤ ਸ਼ਾਇਦ ਨਾ ਮਿਲੇ। ਉਹ ਤਾਂ ਮੈਨੂੰ ਆਪ ਕਮਾਉਣੀ ਪਵੇਗੀ, ਕਿਉਂਕਿ ਇੱਜ਼ਤ ਕਦੇ ਵੀ ਮੰਗ ਕੇ ਨਹੀਂ ਲਈ ਜਾਂਦੀ, ਇਹ ਤਾਂ ਬੰਦੇ ਨੂੰ ਆਪ ਕਮਾਉਣੀ ਪੈਂਦੀ ਹੈ। ਤੂੰ ਕੋਈ ਫਿਕਰ ਨਾ ਕਰ, ਇੱਕ ਦਿਨ ਸਭ ਕੁਝ ਠੀਕ ਹੋ ਜਾਣਾ। ਨਾਲੇ ਹੁਣ ਤੂੰ ਰੋਣ ਨਾ ਲੱਗ ਜਾਈਂ। ਨਹੀਂ ਤਾਂ ਰੇਸ਼ਮ, ਕਿਉਂ ਜੀ ਮੈਂ ਕਿਉਂ ਰੋਵਾਂਗੀ ਕਰਮਾ? ਕਿਉਂਕਿ ਮੈਨੂੰ ਪਤਾ ਤੂੰ ਝੱਟ ਛੋਟੀ ਜਿਹੀ ਗੱਲ ਤੇ ਰੋ ਪੈਂਦੀ ਆ। ਵੈਸੇ ਵੀ ਮੈਨੂੰ ਤੇਰੀ ਅੱਖ 'ਚ ਹੰਝੂ ਨਹੀਂ ਆ, ਧਾਰੀ ਬੰਨ੍ਹ ਕੇ ਪਾਇਆ ਸੁਰਮਾ ਜ਼ਿਆਦਾ ਸੋਹਣਾ ਲੱਗਦਾ ਏ। ਰੇਸ਼ਮ, ਅੱਛਾ ਜੀ, ਸਵੇਰੇ ਸਵੇਰੇ ਹੀ ਮੈਨੂੰ ਮੱਖਣ ਲਗਾਉਣ ਲੱਗ ਪਏ। ਹੁਣ ਤੁਸੀਂ ਉੱਠ ਕੇ ਬਾਹਰ ਜਾਓ, ਮੈਨੂੰ ਵੀ ਤਿਆਰ ਹੋ ਲੈਣ ਦਿਓ। ਕਰਮਾ, ਲੈ ਮੈਂ ਕੀ ਕਹਿੰਦਾ ਤੁਹਾਨੂੰ, ਹੋਈ ਜਾਓ ਤੁਸੀਂ ਆਪਣਾ ਤਿਆਰ, ਪਰ ਆਪਾਂ ਤਾਂ ਇੱਥੇ ਹੀ ਬੈਠਣਾ। ਰੇਸ਼ਮ ਫਿਰ ਕਰਮੇ ਨੂੰ ਬਾਹੋਂ ਫੜ ਕੇ ਖਿੱਚ ਕੇ ਉਠਾਉਂਦੇ ਹੋਏ ਕਹਿਣ ਲੱਗੀ, ਤੁਸੀਂ ਨਾ ਜ਼ਿਆਦਾ ਚਲਾਕ ਨਾ ਬਣੋ। ਸਭ ਜਾਣਦੀ ਆ ਮੈਂ ਤੁਹਾਡੀਆਂ ਹੁਸ਼ਿਆਰੀਆਂ ਨੂੰ। ਚਲੋ ਜਾਓ ਬਾਹਰ, ਕਹਿ ਕੇ ਉਸਨੇ ਕਰਮੇ ਨੂੰ ਧੱਕੇ ਨਾਲ ਕਮਰੇ 'ਚੋਂ ਬਾਹਰ ਕੱਢ ਦਿੱਤਾ। ਫਿਰ ਘੰਟੇ ਕੋ ਪਿੱਛੋਂ ਰੇਸ਼ਮ ਜਦ ਤਿਆਰ ਹੋ ਕੇ ਆਪਣੇ ਕਮਰੇ 'ਚੋਂ ਬਾਹਰ ਆਈ ਤਾਂ ਬਾਹਰ ਹਾਲ 'ਚ ਪਹਿਲਾਂ ਹੀ ਸਾਰੇ ਜਾਣੇ ਬੈਠੇ ਉਸਦਾ ਇੰਤਜ਼ਾਰ ਕਰ ਰਹੇ ਸਨ। ਰੇਸ਼ਮ ਨੇ ਆ ਕੇ ਆਪਣੀ ਸੱਸ ਦੇ ਪੈਰੀ ਹੱਥ ਲਗਾਇਆ। ਫਿਰ ਜਰਨੈਲ ਵੀਰੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਆਪਣੀ ਭਾਬੀ ਦੇ ਗਲ ਲੱਗ ਕੇ ਮਿਲੀ। ਥੋੜੀ ਬਹੁਤ ਗੱਲਬਾਤ ਹੋਣ ਮਗਰੋਂ ਰਾਣੋ ਨੇ ਸਾਰਿਆਂ ਲਈ ਰੋਟੀ ਪਾ ਕੇ ਲਿਆਂਦੀ ਤੇ ਉਹਨਾਂ ਨੇ ਇਕੱਠਿਆਂ ਨੇ ਬੈਠ ਕੇ ਰੋਟੀ ਖਾਧੀ। ਰੋਟੀ ਪਾਣੀ ਹੋਣ ਤੋਂ ਬਾਅਦ ਬੇਬੇ ਕਰਮੇ ਹੁਣਾਂ ਨੂੰ ਕਹਿਣ ਲੱਗੀ, ਚਲੋ ਹੁਣ ਤੁਸੀਂ ਵੀ ਜਾਓ ਪੁੱਤ, ਟਾਈਮ ਤਾਂ ਭੱਜਿਆ ਹੀ ਜਾਂਦਾ। ਰੇਸ਼ਮ ਧਿਆਨ ਨਾਲ ਜਾਣਾ, ਦੋਨਾਂ ਨੇ ਧੀਏ ਕੋਈ ਕਾਹਲੀ ਨਹੀਂ ਕਰਨੀ। ਫਿਰ ਰੇਸ਼ਮ ਤੇ ਕਰਮੇ ਨੇ ਆਪਣੀ ਬੇਬੇ ਦੇ ਪੈਰੀ ਹੱਥ ਲਗਾਇਆ ਤੇ ਜਰਨੈਲ ਫਿਰ ਕਰਮੇ ਨੂੰ ਜੀਪ ਦੀ ਚਾਬੀ ਫੜਾਉਂਦੇ ਹੋਏ ਕਹਿਣ ਲੱਗਾ, ਕਰਮੇ ਆ ਫੜ ਚਾਬੀ ਤੇ ਅੱਜ ਤੋਂ ਆਹ ਜੀਪ ਤੇਰੀ ਆ, ਜਾਓ ਘੁੰਮੋ ਫਿਰੋ ਤੇ ਮੌਜਾਂ ਕਰੋ। ਕਰਮਾ, ਪਰ ਵੀਰੇ ਜੀਪ ਤਾਂ ਤੁਹਾਡੀ ਆ ਨਾ। ਜਰਨੈਲ, ਕੋਈ ਗੱਲ ਨਹੀਂ ਆਪਾਂ ਹੋਰ ਲੈ ਲਵਾਂਗੇ। ਨਾਲੇ ਆਹ ਦੇਖ ਮੈਨੂੰ ਹੈੱਡਕੁਆਟਰ ਤੋਂ ਚਿੱਠੀ ਆਈ ਆ ਕਿ ਮੇਰੀ ਤਰੱਕੀ ਹੋਣ ਵਾਲੀ ਆ। ਤੂੰ ਬਚਪਨ ਤੋਂ ਹੀ ਆਪਣੇ ਲਈ ਫੌਜੀਆਂ ਵਾਲੀ ਗੱਡੀ ਚਾਹੁੰਦਾ ਸੀ ਨਾ, ਸੋ ਤੁਹਾਡੇ ਵਿਆਹ ਦੇ ਤੋਹਫਾ ਤੋਂ ਸਾਡੇ ਸਾਰਿਆਂ ਵੱਲੋਂ। ਫਿਰ ਕਰਮੇ ਨੂੰ ਆਪਣੇ ਗਲ ਨਾਲ ਲਗਾ ਕੇ ਜਰਨੈਲ ਕਹਿਣ ਲੱਗਾ, ਸਦਾ ਖੁਸ਼ ਰਹਿ ਮੇਰੇ ਵੀਰੇ। ਚਲੋ ਜਾਓ ਹੁਣ ਤੁਸੀਂ ਦੋਵੇਂ, ਐਵੇਂ ਗੱਲਾਂ 'ਚ ਖੜੇ ਲੇਟ ਨਾ ਹੋਵੋ। ਫਿਰ ਕਰਮਾ ਤੇ ਰੇਸ਼ਮ ਆਪਣੀ ਭਾਬੀ ਨੂੰ ਮਿਲ ਕੇ ਜੀਪ 'ਚ ਬੈਠਦੇ ਤਾਂ ਉਹ ਦੋਵੇਂ ਰੇਸ਼ਮ ਦੇ ਪੇਕਿਆਂ ਵੱਲ ਨੂੰ
ਚੱਲ ਪਏ। ਰੇਸ਼ਮ ਸਿਰ ਉੱਤੇ ਚੁੰਨੀ ਲੈ ਕੇ ਬੈਠੀ ਬਾਹਰ ਵੱਲ ਦੇਖ ਰਹੀ ਸੀ। ਜਦ ਕਰਮਾ ਉਸ ਨੂੰ ਛੇੜਦੇ ਹੋਏ ਕਹਿਣ ਲੱਗਾ, ਮੈਂ ਕਿਹਾ ਜੀ ਥੋੜਾ ਜਿਹਾ ਸਾਡੇ ਵੱਲ ਵੀ ਧਿਆਨ ਮਾਰ ਲਵੋ ਸੋਹਣਿਓ, ਕਿ ਸਾਰੇ ਰਾਹ ਤੁਸੀਂ ਬਾਹਰ ਹੀ ਦੇਖੀ ਜਾਣਾ। ਰੇਸ਼ਮ ਉਸ ਦੀ ਗੱਲ ਸੁਣ ਕੇ ਹੱਸਦੇ ਹੋਏ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ, ਆਹ ਲੋ ਜੀ ਦੇਖ ਲਿਆ, ਮੈਂ ਤੁਹਾਨੂੰ ਵੀ ਬਸ ਹੁਣ ਖੁਸ਼ ਹੋ। ਕਰਮਾ, ਬਸ ਯਾਰ ਤੂੰ ਏਦਾਂ ਹੀ ਦੇਖੀ ਚੱਲ, ਜਦ ਤੂੰ ਏਦਾਂ ਦੇਖਦੀ ਹੈ ਨਾ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਏ। ਰੇਸ਼ਮ, ਸਰਦਾਰ ਜੀ ਤੁਸੀਂ ਨਾ ਸਾਹਮਣੇ ਦੇਖ ਕੇ ਜੀਪ ਚਲਾਓ, ਮੈਨੂੰ ਦੇਖਣ ਨੂੰ ਹਾਲੇ ਸਾਰੀ ਉਮਰ ਪਈ ਆ। ਕਰਮਾ, ਅੱਛਾ ਜੀ ਇਹ ਤਾਂ ਦੱਸੋ ਅੱਜ ਫਿਰ ਮੇਰੇ ਸਹੁਰੇ ਕੀ ਬਣਾਉਣਗੇ, ਮੇਰੇ ਲਈ ਚੁੱਲ੍ਹੇ ਕੁੱਕੜ ਧਰਨਗੇ ਜਾਂ ਬੱਕਰਾ? ਰੇਸ਼ਮ, ਆ ਮੈਂ ਨਹੀਂ ਖਾਂਦੀ ਕੋਈ ਕੁੱਕੜ ਬੱਕਰਾ, ਨਾ ਹੀ ਕਦੇ ਤੁਸੀਂ ਖਾਣਾ ਵਾ, ਸਮਝ ਗਏ? ਜੋ ਬਣਿਆ ਹੋਇਆ ਨਾ ਤੁਸੀਂ ਚੁੱਪ ਕਰਕੇ ਬਸ ਖਾ ਲੈਣਾ, ਜ਼ਿਆਦਾ ਨਖਰੇ ਨਾ ਕਰਨਾ, ਬਾਪੂ ਜੀ ਨੂੰ ਖਾਣੇ 'ਚ ਨੁਕਸ ਕੱਢਣੇ ਵਾਲੇ ਤੋਂ ਸਖਤ ਨਫ਼ਰਤ ਹੈ। ਕਰਮਾ, ਯਾਰ ਕਮਾਲ ਹੈ, ਇੰਨੇ ਵੱਡੇ ਸਰਦਾਰਾਂ ਦੇ ਘਰ ਬੇਬੇ ਹੁਣਾਂ ਨੇ ਮੁੰਡਾ ਵਿਆਹਿਆ ਤੇ ਉਹ ਹੁਣ ਦਾਲ ਰੋਟੀ ਨਾਲ ਹੀ ਆਪਣੇ ਜਵਾਈ ਦੀ ਸੇਵਾ ਕਰਨਗੇ। ਰੇਸ਼ਮ, ਕਰਮਦੀਪ ਜੀ ਤੁਸੀਂ ਸ਼ਾਇਦ ਕੁਝ ਭੁੱਲ ਰਹੇ ਹੋ, ਸੋ ਆਪਣੇ ਸਹੁਰੇ ਘਰ ਤੋਂ ਜ਼ਿਆਦਾ ਕੁਝ ਉਮੀਦ ਨਾ ਹੀ ਰੱਖਣਾ ਤਾਂ ਬਿਹਤਰ ਹੋਏਗਾ। ਇੱਕ ਗੱਲ ਹੋਰ, ਤੁਹਾਨੂੰ ਰੱਬ ਦਾ ਵਾਸਤਾ ਏ ਜੀ, ਤੁਹਾਨੂੰ ਕੋਈ ਵੀ ਕੁਝ ਉੱਚਾ ਨੀਵਾਂ ਕਹੇ ਨਾ ਤਾਂ ਮੇਰੇ ਕਰਕੇ ਸੁਣ ਲੈਣਾ, ਪਰ ਅੱਗਿਓਂ ਕੋਈ ਜਵਾਬ ਨਾ ਦੇਣਾ। ਕਰਮਾ, ਉਹ ਮੈਂ ਜਾਣਦਾ ਮੇਰੀ ਇਹ ਸਰਦਾਰਨੀਏ, ਮੈਂ ਤਾਂ ਐਵੇਂ ਤੈਨੂੰ ਛੇੜ ਰਿਹਾ ਸੀ, ਵੈਸੇ ਸਾਨੂੰ ਤਾਂ ਢਿੱਡ ਭਰਨ ਤੋਂ ਮਤਲਬ ਆ ਬਸ, ਫਿਰ ਚਾਹੇ ਰੋਟੀ ਦਾਲ ਸਬਜ਼ੀ ਨਾਲ ਦੇ ਦਿਓ ਚਾਹੇ ਰੁੱਖੀ ਮਿੱਸੀ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਰੇਸ਼ਮ, ਹਾਏ ਜੇ ਮੇਰੇ ਹੁੰਦੇ ਹੋਏ ਤੁਸੀਂ ਆਪਣੇ ਸਹੁਰੇ ਘਰ 'ਚ ਵੀ ਰੁੱਖੀ ਮਿੱਸੀ ਰੋਟੀ ਖਾਓਗੇ ਤਾਂ ਮੇਰੇ ਇੱਕ ਚੰਗੀ ਘਰ ਵਾਲੀ ਹੋਣ ਤੇ ਇਹ ਤਾਂ ਲਾਹਨਤ ਹੋਈ ਨਾ ਫਿਰ, ਜੋ ਆਪਣੇ ਘਰ ਵਾਲੇ ਨੂੰ ਆਪਣੇ ਸਹੁਰੇ ਘਰ ਚੱਜ ਦੀ ਰੋਟੀ ਵੀ ਨਾ ਬਣਾ ਕੇ ਖਵਾ ਪਾਈ। ਏਦਾਂ ਹੀ ਉਹ ਗੱਲਾਂ ਕਰਦੇ ਹੋਏ ਰੇਸ਼ਮ ਦੇ ਪੇਕੇ ਜਾ ਪਹੁੰਚੇ। ਹਵੇਲੀ ਦੇ ਅੰਦਰ ਆ ਕੇ ਜਦ ਉਹ ਦੋਵੇਂ ਜੀਪ 'ਚੋਂ ਉਤਰੇ ਤਾਂ ਰੇਸ਼ਮ ਦੇ ਬੇਬੇ ਬਾਪੂ ਪਹਿਲਾਂ ਹੀ ਹਵੇਲੀ ਦੇ ਵਰਾਂਡੇ 'ਚ ਬੈਠੇ ਉਹਨਾਂ ਦੀ ਰਾਹ ਦੇਖ ਰਹੇ ਸਨ। ਦੋਵੇਂ ਜਾਣੇ ਉਤਰ ਕੇ ਆਪਣੇ ਬੇਬੇ ਬਾਪੂ ਦੇ ਕੋਲ ਆਏ ਤਾਂ ਕਰਮੇ ਨੇ ਆਪਣੇ ਬੇਬੇ ਬਾਪੂ ਦੇ ਪੈਰੀ ਹੱਥ ਲਗਾਇਆ, ਉਹਨਾਂ ਨੇ ਸਿਰ ਪਲੋਸ ਕੇ ਉਸ ਨੂੰ ਪਿਆਰ ਦਿੱਤਾ, ਰੇਸ਼ਮ ਨੂੰ ਆਪਣੇ ਗਲ ਨਾਲ ਲਗਾ ਕੇ ਕਿੰਨੀਆਂ ਸਾਰੀਆਂ ਅਸੀਸਾਂ ਦਿੱਤੀਆਂ। ਫਿਰ ਉਹ ਸਾਰੇ ਉੱਥੇ ਹੀ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗ ਪਏ। ਕੁਝ ਦੇਰ ਬਾਅਦ ਚਾਹ ਵੀ ਬਣ ਕੇ ਆ ਗਈ ਤਾਂ ਚਾਹ ਪੀਂਦੇ ਹੋਏ ਰੇਸ਼ਮ ਕਹਿਣ ਲੱਗੀ, ਬੇਬੇ ਵੀਰੇ ਹੁਣੀ ਕਿੱਥੇ ਆ? ਬੇਬੇ, ਪਤਾ ਨਹੀਂ ਧੀਏ, ਸਵੇਰ ਦੇ ਕਿੱਥੇ ਗਏ ਆ, ਨਾਲੇ ਮੈਂ ਤਾਂ ਕੱਲ ਦੱਸਿਆ ਵੀ ਸੀ ਕਿ ਰੇਸ਼ਮ ਨੇ ਆਉਣਾ ਤੁਸੀਂ ਘਰ ਰਹਿਣਾ, ਪਰ ਫਿਰ ਵੀ ਉਹ ਸਵੇਰੇ ਹੀ ਕਿਤੇ ਚਲੇ ਗਏ। ਰੇਸ਼ਮ, ਲੈ ਇਹ ਕੀ ਗੱਲ ਹੋਈ, ਨਾਲੇ ਉਹਨਾਂ ਨੂੰ ਸਭ ਪਤਾ ਸੀ, ਫਿਰ ਵੀ ਮੈਨੂੰ ਮਿਲ ਕੇ ਤਾਂ ਚਲੇ ਜਾਂਦੇ, ਜਿੱਥੇ ਵੀ ਜਾਣਾ ਸੀ। ਬਾਪੂ, ਚੱਲ ਛੱਡ ਧੀਏ ਉਹਨਾਂ ਨੂੰ, ਜੇ ਉਹ ਨਹੀਂ ਮਿਲਣਾ ਚਾਹੁੰਦੇ ਤਾਂ ਨਾ ਸਹੀ, ਵੈਸੇ ਵੀ ਇੱਜ਼ਤ ਕਦੇ ਕਿਸੇ ਤੋਂ ਧੱਕੇ ਨਾਲ ਨਹੀਂ ਕਰਵਾਈ ਜਾਂਦੀ ਹੁੰਦੀ। ਉਹ ਦੇਖ ਤੇਰਾ ਛੋਟਾ ਭਰਾ ਵੀ ਸਕੂਲੋਂ ਆ ਗਿਆ। ਰੇਸ਼ਮ ਨੇ ਜਦ ਦਰਵਾਜ਼ੇ ਵੱਲ ਦੇਖਿਆ ਤਾਂ ਉਸਦਾ ਛੋਟਾ ਭਰਾ ਕਮਲ ਸਕੂਲ ਵਾਲਾ ਬੈਗ ਹੱਥਾਂ 'ਚ ਲਟਕਾਈ ਜ਼ਮੀਨ ਤੇ ਘੜੀਸਦਾ ਹੋਇਆ ਤੁਰਿਆ ਆ ਰਿਹਾ ਸੀ। ਫਿਰ ਉਹ ਰੇਸ਼ਮ ਦੇ ਕੋਲ ਆ ਕੇ ਆਪਣੀ ਭੈਣ ਦੇ ਗਲ ਲੱਗ ਕੇ ਜਦ ਮਿਲਿਆ ਤਾਂ ਰੇਸ਼ਮ ਉਹਨੂੰ ਕਹਿਣ ਲੱਗੀ, ਸਕੂਲ ਬੈਗ ਨਾ ਬਾਹਾਂ 'ਚ ਪਾਈਦਾ ਹੁੰਦਾ, ਏਦਾਂ ਘੜੀਸਦੇ ਹੋਏ ਨਹੀਂ ਲੈ ਕੇ ਆਈਦਾ ਹੁੰਦਾ, ਚੱਲ ਹੁਣ ਆਪਣੇ ਭਾਜੀ ਨੂੰ ਵੀ ਮਿਲ ਲੈ। ਫਿਰ ਕਮਲ ਨੇ ਆਪਣੇ ਜੀਜੇ ਕਰਮੇ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਕਰਮੇ ਨੇ ਉਸ ਨੂੰ ਕੋਲ ਬਿਠਾ ਲਿਆ ਤੇ ਉਸਦੇ ਨਾਲ ਗੱਲਾਂ ਮਾਰਨ ਲੱਗ ਪਿਆ। ਏਦਾਂ ਹੀ ਗੱਲਾਂ ਕਰਦਿਆਂ ਨੂੰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਸੀ ਤਾਂ ਰੇਸ਼ਮ ਨੇ ਆਪਣੀ ਬੇਬੇ ਨਾਲ ਮਿਲ ਕੇ ਦੁਪਹਿਰ ਦੀ ਰੋਟੀ ਤਿਆਰ ਕੀਤੀ ਤੇ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ। ਕਰਮਾ ਤੇ ਰੇਸ਼ਮ ਆਪਣੇ ਕਮਰੇ 'ਚ ਕਮਲ ਨਾਲ ਬੈਠੇ ਗੱਲਾਂ ਬਾਤਾਂ ਮਾਰ ਰਹੇ ਸਨ। ਉਸ ਦਾ ਬਾਪੂ ਤਾਂ ਕਿਸੇ ਕੰਮ ਚਲਾ ਗਿਆ ਸੀ। ਫਿਰ ਸ਼ਾਮ ਨੂੰ ਜਦ ਕਰਮੇ ਹੁਣੇ ਦੇ ਵਾਪਸ ਜਾਣ ਦਾ ਵੇਲਾ ਹੋਇਆ ਤਾਂ ਰੇਸ਼ਮ ਨੂੰ ਜਦ ਆਪਣੀ ਬੇਬੇ ਤੋਂ ਪਤਾ ਲੱਗਿਆ ਕਿ ਉਸਦੇ ਦੋਵੇਂ ਵੀਰੇ ਘਰ ਆਏ ਹੋਏ ਨੇ ਤਾਂ ਉਹ ਕਹਿਣ ਲੱਗੀ, ਬੇਬੇ ਤਾਂ ਕੀ ਹੋਇਆ ਜੇ ਵੀਰੇ ਹੁਣੇ ਸਾਨੂੰ ਮਿਲਣ ਨਹੀਂ ਆਏ, ਅਸੀਂ ਦੋਵੇਂ ਉਹਨਾਂ ਨੂੰ ਜਾ ਕੇ ਆਪ ਮਿਲ ਆਉਂਦੇ ਹਾਂ, ਵੈਸੇ ਵੀ ਉਹ ਸਾਡੇ ਤੋਂ ਵੱਡੇ ਨੇ, ਜੇ ਅਸੀਂ ਆਪ ਜਾ ਕੇ ਮਿਲਾਂਗੇ ਤਾਂ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਵੇਗੀ। ਫਿਰ ਰੇਸ਼ਮ ਕਰਮੇ ਨੂੰ ਲੈ ਕੇ ਆਪਣੇ ਵੀਰੇ ਦੇ ਕਮਰੇ ਵੱਲ ਨੂੰ ਚੱਲ ਪਈ, ਇਸ ਗੱਲ ਤੋਂ ਅਣਜਾਣ ਕੇ ਅੱਗੇ ਕੀ ਹੋਵੇਗਾ। ਜਦ ਉਹ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਈ ਤਾਂ ਉਸਦੇ ਦੋਵੇਂ ਭਰਾ
ਜਾਗਰ ਤੇ ਨਾਜਰ ਗੁੱਸੇ 'ਚ ਭਰੇ ਪੀਤੇ ਬੈਠੇ ਸ਼ਰਾਬ ਪੀ ਰਹੇ ਸਨ, ਕਿਉਂਕਿ ਉਹ ਅੱਜ ਦੀ ਬਲਦਾਂ ਵਾਲੀ ਦੌੜ ਹਾਰ ਗਏ ਸਨ। ਪਿਛਲੇ ਕਈ ਸਾਲਾਂ ਤੋਂ ਉਹ ਨਾਲ ਦੇ ਪਿੰਡ 'ਚੋਂ ਹੋ ਰਹੀਆਂ ਖੇਡਾਂ 'ਚ ਹਰ ਸਾਲ ਬਾਜੀ ਮਾਰਦੇ ਆਏ ਸਨ, ਪਰ ਇਸ ਵਾਰੀ ਕੋਈ ਨਵਾਂ ਹੀ ਬੰਦਾ ਪਹਿਲਾ ਇਨਾਮ ਉਹਨਾਂ ਦੇ ਹੱਥ 'ਚੋਂ ਖੋਹ ਕੇ ਲੈ ਗਿਆ ਸੀ। ਇਸ ਕਰਕੇ ਉਹ ਤੱਪੇ ਬੈਠੇ ਸਨ। ਰੇਸ਼ਮ ਤੇ ਕਰਮੇ ਨੇ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਆ ਕੇ ਉਹਨਾਂ ਦੇ ਸਾਹਮਣੇ ਬੈਠ ਗਏ। ਜਾਗਰ ਹੁਣਾਂ ਨੇ ਰੇਸ਼ਮ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦੇ ਦਿੱਤਾ ਸੀ, ਪਰ ਕਰਮੇ ਵਾਰੀ ਬਸ ਠੀਕ ਕਹਿ ਕੇ ਸਾਰ ਦਿੱਤਾ। ਫਿਰ ਨਾਜਰ ਨਸ਼ੇ 'ਚ ਲੜਖੜਾਉਂਦੇ ਹੋਏ ਹੱਥਾਂ ਨਾਲ ਪੈਗ ਬਣਾਉਂਦੇ ਹੋਏ ਕਹਿਣ ਲੱਗਾ, ਦਾਰੂ ਪੀਏਗਾ ਪ੍ਰਾਹੁਣਿਆ? ਕਰਮਾ, ਨਹੀਂ ਭਾਜੀ, ਮੈਂ ਦਾਰੂ ਨਹੀਂ ਪੀਂਦਾ। ਜਾਗਰ, ਚੱਲ ਦਾਰੂ ਨਾ ਸਹੀ ਮੁਰਗਾ ਹੀ ਚੱਕ ਲੈ, ਫਿਰ ਨਾਲ ਖਾਰਾ ਹੀ ਪੀ ਲਵੀਂ। ਕਰਮਾ, ਨਹੀਂ ਵੀਰੇ, ਮੈਂ ਕੁਝ ਨਹੀਂ ਖਾਂਦਾ ਪੀਂਦਾ, ਤੁਸੀਂ ਪੀਓ। ਫਿਰ ਉਸ ਦੀ ਗੱਲ ਸੁਣ ਕੇ ਨਾਜਰ ਹਰਖਦੇ ਹੋਏ ਕਹਿਣ ਲੱਗਾ, ਉਹ ਸਾਲਿਆ ਨਾ, ਤੂੰ ਦਾਰੂ ਪੀਂਦਾ ਨਾ ਮੁਰਗਾ ਖਾਂਦਾ ਏ, ਤੈਨੂੰ ਬਾਹਮਣ ਨੂੰ ਸਾਡਾ ਜਵਾਈ ਕਿਸ ਨੇ ਬਣਾ ਦਿੱਤਾ ਏ? ਕਰਮਾ, ਚੰਗਾ ਵੀਰ ਜੀ, ਤੁਸੀਂ ਬੈਠ ਕੇ ਪੀਓ, ਹੁਣ ਅਸੀਂ ਚੱਲਦੇ ਆਂ, ਫਿਰ ਨਹੀਂ ਸਾਨੂੰ ਘਰ ਜਾਂਦਿਆਂ ਨੂੰ ਕਵੇਲਾ ਹੋ ਜਾਣਾ ਏ। ਜਦ ਕਰਮਾ ਹੱਥ ਜੋੜ ਕੇ ਖੜਾ ਹੋਣ ਲੱਗਾ ਤਾਂ ਜਾਗਰ ਨੇ ਉਸ ਨੂੰ ਬਾਹੋਂ ਫੜ ਕੇ ਬਿਠਾ ਲਿਆ ਤੇ ਕਹਿਣ ਲੱਗਾ, ਉਹ ਚੱਲਿਆ ਜਾਈਂ, ਅਸੀਂ ਕਿਹੜਾ ਤੈਨੂੰ ਰਾਤ ਕੱਟਣ ਨੂੰ ਕਹਿ ਰਹੇ ਆਂ, ਪਰ ਤੂੰ ਜਾਣ ਤੋਂ ਪਹਿਲਾਂ ਮੈਨੂੰ ਕੁਝ ਸਵਾਲਾਂ ਦੇ ਜਵਾਬ ਦੇ। ਤੇਰੇ ਕੋਲ ਜ਼ਮੀਨ ਕਿੰਨੀ ਆ? ਕਰਮਾ ਇਹ ਸੁਣ ਕੇ ਜਦ ਰੇਸ਼ਮ ਵੱਲ ਦੇਖਣ ਲੱਗਾ ਤਾਂ ਉਹ ਕਹਿਣ ਲੱਗੀ, ਵੀਰੇ ਤੁਸੀਂ ਆਪਣੀ ਦਾਰੂ ਪੀ ਲਵੋ, ਅਸੀਂ ਫੇਰ ਕਦੇ ਗੱਲਾਂ ਕਰ ਲਵਾਂਗੇ, ਹੁਣ ਸਾਨੂੰ ਜਾਣਾ ਚਾਹੀਦਾ ਏ। ਉਸ ਦੀ ਗੱਲ ਸੁਣ ਕੇ ਜਾਗਰ ਗੁੱਸੇ ਨਾਲ ਹੋਰ ਭੜਕਦੇ ਹੋਏ ਕਹਿਣ ਲੱਗਾ, ਤੈਨੂੰ ਇੱਕ ਵਾਰੀ ਮੇਰੀ ਕਹੀ ਗੱਲ ਸਮਝ ਨਹੀਂ ਆਉਂਦੀ? ਸੁਣਦਾ ਮੈਂ ਤੇਰੇ ਘਰ ਵਾਲੇ ਨੂੰ ਕੀ ਪੁੱਛ ਰਿਹਾ? ਚੁੱਪ ਕਰਕੇ ਬੈਠੀ ਰਹਿ। ਰੇਸ਼ਮ ਆਪਣੇ ਭਰਾ ਦਾ ਗੁੱਸਾ ਦੇਖ ਕੇ ਚੁੱਪ ਕਰਕੇ ਬੈਠ ਗਈ। ਤਾਂ ਫਿਰ ਨਾਜਰ ਕਹਿਣ ਲੱਗਾ, ਹਾਂ ਬਾਈ ਪ੍ਰਾਹੁਣਿਆ, ਹੁਣ ਤੂੰ ਦੱਸ ਤੈਨੂੰ ਕਿੰਨਾ ਜ਼ਮੀਨ ਆਉਂਦੀ ਆ? ਕਰਮਾ, ਵੀਰੇ ਮੇਰੇ ਕੋਲ ਆਪਣੀ ਜ਼ਮੀਨ ਤਾਂ ਹੈ ਨਹੀਂ ਵੀਰੇ, ਮੈਂ ਤਾਂ ਬਸ ਜਰਨੈਲ ਭਾਜੀ ਹੁਣਾਂ ਦੇ ਜ਼ਮੀਨ ਤੇ ਖੇਤੀ ਕਰਦਾ। ਜਾਗਰ, ਹੱਟ ਸਾਲਾ, ਨੰਗ ਨਾ ਹੋਵੇ ਕਿਸੇ ਥਾਂ ਦਾ। ਤੈਨੂੰ ਪਤਾ ਮੇਰੀ ਭੈਣ ਦੇ ਹਿੱਸੇ 'ਚ ਕਿੰਨੀ ਜ਼ਮੀਨ ਆਉਂਦੀ ਆ? ਪੂਰੇ 20 ਮੁਰੱਬੇ ਆਉਂਦੇ ਉਸਦੇ ਕੱਲੀ ਦੇ ਹਿੱਸੇ 'ਚ। ਇਹਨਾਂ ਮੁਰੱਬਿਆਂ ਪਿੱਛੇ ਹੀ ਤੂੰ ਉਸਦੇ ਨਾਲ ਵਿਆਹ ਕਰਵਾਇਆ ਏ ਨਾ? ਕਰਮਾ, ਭਾਜੀ ਇਹ ਤੁਸੀਂ ਕੀ ਕਹਿ ਰਹੇ ਹੋ? ਨਾ ਭਲਾ ਮੈਂ ਰੇਸ਼ਮ ਦੀ ਜ਼ਮੀਨ ਤੋਂ ਕੀ ਲੈਣਾ? ਨਾਜਰ, ਡੋਕੇ ਲੈਣੇ ਆ ਤੂੰ ਸਾਲਿਆ, ਉਸ ਤੋਂ ਦੇਖ ਕਿੱਦਾਂ ਬਣਦਾ ਭੋਲਾ, ਜਿੱਦਾਂ ਸਾਨੂੰ ਕੁਝ ਪਤਾ ਨਾ ਹੋਵੇ। ਸਾਰੀ ਉਮਰ ਖੇਤਾਂ 'ਚ ਮਰ ਕੇ ਕੰਮ ਕਰਨ ਨਾਲੋਂ ਤੂੰ ਸੋਚਿਆ ਇੱਕੋ ਝਟਕੇ 'ਚ ਕਿਉਂ ਨਾ ਮੈਂ ਵੀ ਜ਼ਮੀਨ ਦਾ ਮਾਲਕ ਬਣ ਜਾਵਾਂ। ਰੇਸ਼ਮ, ਵੀਰੇ ਇਹ ਤੁਸੀਂ ਕੀ ਕਹਿ ਰਹੇ ਹੋ? ਕਰਮਦੀਪ ਜੀ ਮੇਰੇ ਘਰ ਵਾਲਾ ਹੈ ਤੇ ਤੁਸੀਂ ਮੇਰੇ ਸਾਹਮਣੇ ਹੀ ਉਸ ਨੂੰ ਗਾਲਾਂ ਕੱਢੀ ਜਾ ਰਹੇ ਹੋ। ਇਹ ਗੱਲ ਠੀਕ ਨਹੀਂ ਹੈ। ਜੇ ਤੁਸੀਂ ਸਾਨੂੰ ਨਹੀਂ ਮਿਲਣਾ ਤਾਂ ਸਾਫ਼ ਕਹਿ ਦਿਓ, ਪਰ ਇੰਜ ਘਰ ਆਏ ਆਪਣੇ ਜਵਾਈ ਭਾਈ ਨੂੰ ਜਲੀਲ ਤਾਂ ਨਾ ਕਰੋ। ਜਾਗਰ, ਉਹ ਤੂੰ ਜਵਾਈ ਭਾਈ ਦੀ ਗੱਲ ਕਰਦੀ ਐ? ਓਏ ਸਾਡੇ ਤਾਂ ਘਰ ਵਿੱਚ ਕੁੱਤਾ ਵੀ ਨਸਲ ਦੇਖ ਕੇ ਪਾਲਿਆ ਜਾਂਦਾ ਏ, ਏਦਾਂ ਦੇ ਤੂੰ ਤਾਂ ਮੈਂ ਸਾਲਾ ਆਪਣੇ ਸੀਰੀ ਵੀ ਨਾ ਰੱਖਾਂ ਜਿਸ ਨੂੰ ਤੂੰ ਆਪਣਾ ਖਸਮ ਬਣਾ ਲਿਆ ਏ। ਅਸਲ 'ਚ ਤੇਰਾ ਤੇ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਏ, ਕਿਉਂਕਿ ਨਾਜਰਾ ਮੈਂ ਸਹੀ ਕਿਹਾ ਨਾ? ਨਾਜਰ, ਹਾਂਜੀ ਬਾਈ ਬਿਲਕੁਲ ਸਹੀ ਕਿਹਾ। ਉਹ ਅਸੀਂ ਤਾਂ ਤੇਰੇ ਲਈ ਕਿਸੇ ਵੱਡੇ ਘਰ-ਬਾਰ ਵਾਲਾ ਕੋਈ ਮੁੰਡਾ ਲੱਭ ਰਹੇ ਸੀ, ਨਾ ਕਿ ਦੁਨੀਆ 'ਚ ਹੋਰ ਮੁੰਡੇ ਮੁੱਕ ਗਏ ਸੀ ਜੋ ਤੈਨੂੰ ਆਹ ਸਾਲਾ ਨੰਗ ਜਿਹਾ ਹੀ ਪਸੰਦ ਆਇਆ। ਨਾ ਸਾਨੂੰ ਇਸ ਦਾ ਘਰ-ਬਾਰ ਪਤਾ ਤੇ ਨਾ ਹੋਰ ਕੁਝ। ਤੈਨੂੰ ਪਤਾ ਏ ਤੂੰ ਇਹ ਵਿਆਹ ਕਰਵਾ ਕੇ ਸਾਰੇ ਸ਼ਰੀਕੇ 'ਚ ਸਾਡੀ ਨੱਕ ਵਢਾ ਦਿੱਤੀ ਏ। ਜੇ ਤੂੰ ਚੱਜ ਦੀ ਹੁੰਦੀ ਤਾਂ ਨਾ ਮਨਾ ਵੀ ਕਰ ਸਕਦੀ ਸੀ, ਪਰ ਨਹੀਂ, ਤੈਨੂੰ ਤਾਂ ਮੁੰਡਾ ਪਸੰਦ ਆ ਗਿਆ ਸੀ ਨਾ। ਆਹੀ ਕੁਝ ਤਾਂ ਕਰਨ ਲਈ ਤਾਂ ਅਸੀਂ ਤੈਨੂੰ ਭੂਆ ਕੋਲ ਭੇਜਿਆ ਸੀ। ਤੂੰ ਸਿਰਫ ਇੱਕ ਨਾ ਕਰਨੀ ਸੀ ਬਸ, ਬਾਕੀ ਅਸੀਂ ਕੁਝ ਸਾਂਭ ਲੈਣਾ ਸੀ। ਨਾਲੇ ਇਸ ਨਾਲ ਬਾਪੂ ਦੀ ਦਿੱਤੀ ਜ਼ੁਬਾਨ ਦੀ ਇੱਜ਼ਤ ਵੀ ਰਹਿ ਜਾਣੀ ਸੀ। ਰੇਸ਼ਮ, ਵੀਰੇ ਮੰਨਿਆ ਕਿ ਤੁਸੀਂ ਮੇਰੇ ਤੋਂ ਵੱਡੇ ਹੋ, ਪਰ ਇਸ ਤਰ੍ਹਾਂ ਮੇਰੇ ਸਾਹਮਣੇ ਘਰ ਵਾਲੇ ਦੀ ਬੇਇੱਜ਼ਤੀ ਕਰਨਾ ਵੀ ਠੀਕ ਨਹੀਂ ਹੈ। ਮੈਂ ਤਾਂ ਸਿਰਫ ਵਿਆਹ ਹੀ ਕਰਵਾਇਆ ਏ, ਨਾ ਕਿਹੜਾ ਕਿਤੇ ਕਿਸੇ ਨਾਲ ਘਰੋਂ ਭੱਜ ਕੇ ਤੁਹਾਨੂੰ ਮੂੰਹ ਕਾਲਾ ਕਰਵਾ
ਪਵਾ ਦਿੱਤਾ ਏ। ਜੇ ਤੁਹਾਨੂੰ ਇੰਨੀ ਹੀ ਨਫ਼ਰਤ ਸੀ ਮੇਰੇ ਹੋਣ ਵਾਲੇ ਘਰ ਵਾਲੇ ਨਾਲ ਤਾਂ ਕੱਲ ਕਿਉਂ ਫੇਰ ਮੇਰੀਆਂ ਇਸ ਦੇ ਨਾਲ ਲਾਵਾਂ ਹੋਣ ਦਿੱਤੀਆਂ? ਨਾ ਉੱਦਾਂ ਤਾਂ ਤੂੰ ਹਰ ਵੇਲੇ ਮੋਢੇ ਤੇ ਬੰਦੂਕ ਟੰਗ ਕੇ ਵੱਡਾ ਵੈਲੀ ਬਣਦਾ ਰਹਿੰਦਾ। ਜੇ ਤੁਹਾਨੂੰ ਮੁੰਡਾ ਨਹੀਂ ਪਸੰਦ ਸੀ ਤਾਂ ਮੇਰਾ ਵਿਆਹ ਹੀ ਨਾ ਹੋਣ ਦਿੰਦੇ, ਉਸੇ ਟਾਈਮ ਮੈਨੂੰ ਜਾਂ ਕਰਮਜੀਤ ਜੀ ਨੂੰ ਗੋਲੀ ਮਾਰ ਦਿੰਦੇ। ਨਾ ਘੱਟੋ ਘੱਟ ਸ਼ਰੀਕੇ 'ਚ ਤੁਹਾਡੀ ਨੱਕ ਤਾਂ ਨਾ ਵੱਢੀ ਜਾਂਦੀ। ਵੈਸੇ ਵੀ ਬਾਪੂ ਜੀ ਨੇ ਜਰਨੈਲ ਵੀਰ ਜੀ ਦੇ ਬਾਪੂ ਜੀ ਨੂੰ ਜ਼ੁਬਾਨ ਦਿੱਤੀ ਸੀ, ਉਹਨਾਂ ਨੇ ਤਾਂ ਦੋਸਤੀ 'ਚ ਦਿੱਤੀ ਜ਼ੁਬਾਨ ਨਿਭਾਈ ਹੈ ਤੇ ਹੁਣ ਇੱਕ ਚੰਗੀ ਪਤਨੀ ਹੋਣ ਦਾ ਫਰਜ਼ ਨਿਭਾ ਕੇ ਆਪਣੇ ਬੇਬੇ ਬਾਪੂ ਨੂੰ ਦਿਖਾਉਣਾ ਏ ਤਾਂ ਕਿ ਕੱਲ ਨੂੰ ਉਹਨਾਂ ਨੂੰ ਆਪਣੇ ਲਏ ਫੈਸਲੇ ਤੇ ਫਕਰ ਹੋਵੇ, ਨਾ ਕਿ ਕੋਈ ਅਫਸੋਸ। ਆਪਣੇ ਵਿਆਹ ਪਿੱਛੇ ਤਾਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਜਦ ਵੀ ਮਿਲਣ ਆਉਂਦੀਆਂ ਨੇ ਤਾਂ ਉਹ ਆਪਣੇ ਦਿਲ 'ਚ 100 ਚਾਅ ਲੈ ਕੇ ਆਉਂਦੀਆਂ ਨੇ। ਉਹ ਤਾਂ ਹਰ ਵੇਲੇ ਬਸ ਭਰਾਵਾਂ ਦੀ ਹਮੇਸ਼ਾ ਸੁੱਖ ਸਾਂਦ ਹੀ ਲੋਚਦੀਆਂ ਨੇ। ਪਰ ਤੁਸੀਂ ਅੱਜ ਪਹਿਲੀ ਵਾਰੀ ਹੀ ਵਿਆਹ ਤੋਂ ਪਿੱਛੋਂ ਸਾਡੇ ਘਰ ਆਉਣ ਤੇ ਕਰਮਦੀਪ ਜੀ ਨਾਲ ਜੋ ਘਟੀਆ ਗੱਲਾਂ ਬਾਤਾਂ ਕੀਤੀਆਂ ਨਾ, ਇਹ ਮੈਂ ਸਾਰੀ ਉਮਰ ਨਹੀਂ ਭੁੱਲਾਂਗੀ। ਤੁਹਾਡੀ ਛੋਟੀ ਭੈਣ ਆ ਨਾ, ਸ਼ਾਇਦ ਇਸ ਕਰਕੇ ਭਾਵਨਾਵਾਂ 'ਚ ਵਹਿ ਕੇ ਬੇਬੇ ਦੇ ਮਨਾ ਕਰਨ ਦੇ ਬਾਵਜੂਦ ਵੀ ਤੁਹਾਨੂੰ ਮਿਲਣ ਆ ਗਈ। ਤੁਸੀਂ ਅੱਜ ਜਿਹੜੀ ਆਪਣੀ ਜ਼ਮੀਨ ਪਿੱਛੇ ਮੇਰੇ ਘਰ ਵਾਲੇ ਦੀ ਇੰਨੀ ਬੇਇੱਜ਼ਤੀ ਕੀਤੀ ਆ ਨਾ, ਤੁਹਾਨੂੰ ਇਹ ਗੱਲ ਕਰਨੀ ਚਾਹੀਦੀ ਨਹੀਂ ਸੀ। ਤੁਸੀਂ ਦੇਖਣਾ ਇੱਕ ਦਿਨ ਕਰਮਦੀਪ ਜੀ ਇੱਕ ਦਿਨ ਇਸ ਤੋਂ ਜ਼ਿਆਦਾ ਜ਼ਮੀਨ ਜਾਇਦਾਦ ਦੇ ਮਾਲਕ ਹੋਣਗੇ। ਜਿੱਦਾਂ ਅੱਜ ਇਹ ਸ਼ਰੀਫ ਬੰਦਾ ਤੁਹਾਡੇ ਅੱਗੇ ਸਿਰ ਸੁੱਟੀ ਬੈਠਾ ਨਾ, ਇੱਕ ਦਿਨ ਤੁਸੀਂ ਵੀ ਇਸ ਦੇ ਅੱਗੇ ਐਵੇਂ ਹੀ ਸਿਰ ਸੁੱਟ ਕੇ ਬੈਠੇ ਹੋਵੋਗੇ। ਇੱਕ ਗੱਲ ਨਾ ਭੁੱਲਣਾ, ਇਹ ਸਮਾਂ ਬਹੁਤ ਬਲਵਾਨ ਹੁੰਦਾ ਏ। ਇਹ ਕਦ ਕਿਸੇ ਨੂੰ ਤਖਤ ਤੇ ਬਿਠਾ ਦੇਵੇ ਤੇ ਕਦ ਰਾਜਿਆਂ ਨੂੰ ਮੰਗਲ ਲਾ ਦੇਵੇ, ਇਹ ਤਾਂ ਕੋਈ ਭਰੋਸਾ ਨਹੀਂ। ਇੱਕ ਗੱਲ ਹੋਰ, ਜਦ ਤੱਕ ਬੇਬੇ ਬਾਪੂ ਆ ਮੈਂ ਵੀ ਹੁਣ ਉਦੋਂ ਤੱਕ ਹੀ ਆਪਣੇ ਪੇਕੇ ਆਵਾਂਗੀ ਉਹਨਾਂ ਨੂੰ ਮਿਲਣ, ਹਾਲ ਚਾਲ ਪੁੱਛਣ। ਜਿਸ ਦਿਨ ਉਹ ਇਸ ਦੁਨੀਆ ਤੋਂ ਤੁਰ ਗਏ ਨਾ ਵੀਰੇ, ਮੈਂ ਵੀ ਮੁੜ ਕੇ ਦੁਬਾਰਾ ਮੈਂ ਵੀ ਇਸ ਘਰ ਵਿੱਚ ਪੈਰ ਨਹੀਂ ਪਾਉਂਦੀ। ਚਲੋ ਉੱਠੋ ਤੁਸੀਂ ਕਰਮਜੀਤ ਜੀ, ਆਪਾਂ ਆਪਣੇ ਘਰ ਨੂੰ ਚੱਲੀਏ। ਫਿਰ ਰੇਸ਼ਮ ਕਰਮੇ ਨੂੰ ਆਪਣੇ ਨਾਲ ਕਮਰੇ 'ਚੋਂ ਬਾਹਰ ਲੈ ਆਈ ਤੇ ਉਹ ਆਪਣੀ ਬੇਬੇ ਨੂੰ ਮਿਲ ਕੇ ਜੀਪ 'ਚ ਬੈਠ ਕੇ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਚੱਲ ਪਏ। ਕਰਮਾ ਤੇ ਰੇਸ਼ਮ ਦੋਵੇਂ ਜੀਪ 'ਚ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ। ਕਰਮਾ ਚੁੱਪਚਾਪ ਬੈਠਾ ਜੀਪ ਚਲਾ ਰਿਹਾ ਸੀ, ਪਰ ਰੇਸ਼ਮ ਉਸਦੇ ਵੱਲ ਹੀ ਦੇਖੀ ਜਾ ਰਹੀ ਸੀ। ਫਿਰ ਜਦ ਦੋਵਾਂ 'ਚੋਂ ਕਿੰਨੀ ਦੇਰ ਤੱਕ ਕੋਈ ਵੀ ਨਾ ਕੁਝ ਬੋਲਿਆ ਤਾਂ ਰੇਸ਼ਮ ਕਰਮੇ ਦੇ ਹੱਥ ਤੇ ਹੱਥ ਰੱਖਦੇ ਹੋਏ ਕਹਿਣ ਲੱਗੀ, ਕਰਮਦੀਪ ਜੀ ਤੁਸੀਂ ਜੀਪ ਇੱਕ ਸਾਈਡ ਤੇ ਕਰਕੇ ਰੋਕੋ। ਫਿਰ ਜਦ ਕਰਮੇ ਨੇ ਜੀਪ ਸੜਕ ਦੇ ਕਿਨਾਰੇ ਤੇ ਰੋਕੀ ਤਾਂ ਰੇਸ਼ਮ ਉਸਦਾ ਮੂੰਹ ਆਪਣੇ ਮੂੰਹ ਵੱਲ ਕਰਦੇ ਹੋਏ ਕਹਿਣ ਲੱਗੀ, ਕਰਮਦੀਪ ਜੀ ਅੱਜ ਜੋ ਕੁਝ ਮੇਰੇ ਪੇਕੇ ਘਰ ਤੁਹਾਡੇ ਨਾਲ ਹੋਇਆ ਨਾ, ਉਸਦੀ ਮੈਨੂੰ ਤਾਂ ਜਰਾ ਵੀ ਉਮੀਦ ਨਹੀਂ ਸੀ। ਨਾ ਵੀਰੇ ਹੁਣੀ ਤੁਹਾਡੇ ਨਾਲ ਐਵੇਂ ਕਿਵੇਂ ਗੱਲ ਕਰ ਸਕਦੇ ਆ? ਭੋਰਾ ਆਪਣੇ ਰਿਸ਼ਤੇ ਦਾ ਹੀ ਲਿਹਾਜ਼ ਰੱਖ ਲੈਂਦੇ। ਤਾਂ ਜੋ ਕੁਝ ਹੋਇਆ ਮੈਂ ਹੁਣ ਉਹ ਸਭ ਬਦਲ ਤਾਂ ਨਹੀਂ ਸਕਦੀ, ਪਰ ਉਸਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਵੱਲੋਂ ਤੁਹਾਡੇ ਤੋਂ ਹੱਥ ਜੋੜ ਕੇ ਬਸ ਮਾਫੀ ਹੀ ਮੰਗ ਸਕਦੀ ਆ। ਮੈਨੂੰ ਨਹੀਂ ਪਤਾ ਸੀ ਵੀਰੇ ਹੁਣੀ ਸਾਡੇ ਵਿਆਹ ਨੂੰ ਲੈ ਕੇ ਆਪਣੇ ਦਿਲ ਵਿੱਚ ਇੰਨੀ ਨਫ਼ਰਤ ਭਰੀ ਬੈਠੇ ਆ। ਮੇਰੇ ਸਾਹਮਣੇ ਹੀ ਉਹ ਤੁਹਾਨੂੰ ਕਿੱਦਾਂ ਮੰਦਾ ਚੰਗਾ ਬੋਲਦੇ ਰਹੇ ਤੇ ਮੈਂ ਕੁਝ ਵੀ ਨਹੀਂ ਕਰ ਸਕੀ। ਕਰਮਾ ਰੇਸ਼ਮ ਯਾਰ ਤੂੰ ਹਰ ਗੱਲ ਤੇ ਕਿਉਂ ਮੇਰੇ ਤੋਂ ਮਾਫੀ ਮੰਗਣ ਬੈਠ ਜਾਂਦੀ ਐ? ਤੈਨੂੰ ਪਤਾ ਨਾ ਤੂੰ ਤਾਂ ਕੋਈ ਗਲਤੀ ਨਹੀਂ ਕੀਤੀ, ਤਾਂ ਫਿਰ ਵੀ ਕਿਉਂ ਮੇਰੇ ਅੱਗੇ ਹੱਥ ਜੋੜ ਲੈਂਦੀ ਐ? ਗੁਰੂ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਲਾਵਾਂ ਲੈ ਕੇ ਸਾਰੀ ਉਮਰਾਂ ਦੇ ਲਈ ਇੱਕ ਦੂਜੇ ਦੇ ਸਾਥੀ ਬਣੇ ਆ। ਮੈਨੂੰ ਤੇਰੇ ਭਰਾਵਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ, ਉਹ ਵੀ ਸ਼ਾਇਦ ਆਪਣੀ ਜਗ੍ਹਾ ਸਹੀ ਨੇ। ਜਿਸ ਇਨਸਾਨ ਨੂੰ ਖੁਦ ਨਹੀਂ ਪਤਾ ਉਹ ਕੌਣ ਆ, ਉਸਦੇ ਮਾਂ-ਪਿਓ ਕੌਣ ਸੀ ਤੇ ਉਹ ਕਿਹੜੇ ਖਾਨਦਾਨ 'ਚੋਂ ਆ, ਭਲਾ ਕੌਣ ਉਸ ਨੂੰ ਆਪਣੇ ਘਰ ਦਾ ਜਵਾਈ ਬਣਾਊ? ਤੈਨੂੰ ਪਤਾ ਸਾਡਾ ਤਾਂ ਸ਼ਾਇਦ ਵਿਆਹ ਵੀ ਨਾ ਹੁੰਦਾ ਜੇ ਕਿਤੇ ਬੇਬੇ ਤੇ ਵੀਰਾ ਤੇਰੇ ਘਰ ਨਾ ਆਉਂਦੇ। ਮੈਨੂੰ ਤਾਂ ਪਤਾ ਹੀ ਸੀ ਇਹ ਸਭ ਕੁਝ ਹੋਣਾ ਹੀ ਆ, ਪਰ ਜੋ ਕੁਝ ਅੱਜ ਤੂੰ ਆਪਣੇ ਭਰਾਵਾਂ ਨਾਲ ਮੇਰੇ ਪਿੱਛੇ ਕੀਤਾ ਨਾ, ਉਸ ਨੂੰ ਦੇਖ ਕੇ ਮੈਨੂੰ ਪਤਾ ਲੱਗ ਗਿਆ ਕਿ ਰੇਸ਼ਮ ਦੀ ਜ਼ਿੰਦਗੀ 'ਚ ਉਸਦੇ ਕਰਮੇ ਲਈ ਕੀ ਜਗ੍ਹਾ ਹੈ। ਤੈਨੂੰ ਆਪਣਾ ਹਮਸਫਰ ਚੁਣ ਕੇ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਕੀਤਾ ਏ। ਤੂੰ ਕੋਈ ਫਿਕਰ ਨਾ ਕਰੀ, ਘਰ ਜਾ ਕੇ ਆਪਾਂ ਕਿਸੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨੀ। ਰੇਸ਼ਮ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ,
ਕਰਮਾ ਹਾਂਜੀ ਦੱਸੋ। ਰੇਸ਼ਮ ਵਿਆਹ ਤੋਂ ਪਹਿਲਾਂ ਜਦ ਕਦੇ ਵੀ ਕੋਈ ਮੁੰਡਾ ਮੈਨੂੰ ਦੇਖਦਾ ਸੀ ਤਾਂ ਉਹ ਤੁਹਾਡੇ ਵਾਂਗੂ ਹੀ ਮੇਰੇ ਮਗਰ ਮਗਰ ਘੁੰਮਦਾ ਰਹਿੰਦਾ ਸੀ, ਪਰ ਜਦ ਉਸ ਨੂੰ ਮੇਰੇ ਘਰ-ਬਾਰ ਬਾਰੇ ਪਤਾ ਲੱਗ ਜਾਂਦਾ ਸੀ ਉਹ ਅਗਲੇ ਦਿਨ ਗਾਇਬ ਹੀ ਹੋ ਜਾਂਦਾ ਸੀ। ਪਰ ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋਏ ਵੀ ਇੰਨਾ ਰਿਸਕ ਲਿਆ, ਮੈਨੂੰ ਸਭ ਦੇ ਸਾਹਮਣੇ ਹੀ ਆਪਣੇ ਦਿਲ ਦੀ ਗੱਲ ਕਹਿ ਗਏ ਨਾ। ਇਹ ਗੱਲ ਤਾਂ ਮੇਰੇ ਦਿਲ ਨੂੰ ਭਾ ਗਈ ਕਿ ਮੁੰਡੇ 'ਚ ਦਮ ਤਾਂ ਹੈ ਨਹੀਂ। ਮੇਰੇ ਭਰਾਵਾਂ ਬਾਰੇ ਜਾਣਦੇ ਹੋਏ ਵੀ ਕੋਈ ਇੰਨੀ ਵੱਡੀ ਮੈਨੂੰ ਗੱਲ ਕਹੀ ਜਾਏ, ਇਹ ਤਾਂ ਹੋ ਹੀ ਨਹੀਂ ਸਕਦਾ ਨਾ। ਹੁਣ ਆਪਾਂ ਮਿਲ ਕੇ ਜ਼ਿੰਦਗੀ 'ਚ ਦੋ ਅਹਿਮ ਕੰਮ ਕਰਨੇ ਆ। ਪਹਿਲਾਂ ਤੁਹਾਡੀ ਪਹਿਚਾਣ ਲੱਭਣੀ ਆ ਤੇ ਦੂਜਾ ਕੰਮ ਤੁਹਾਨੂੰ ਬਾਹਰ ਭੇਜਣਾ। ਕਰਮਾ ਯਾਰ, ਪਰ ਤੇਰੇ ਤੋਂ ਬਗੈਰ ਮੈਂ ਬਾਹਰ ਇਕੱਲਾ ਕਿੱਦਾਂ ਰਹਾਂਗਾ, ਮੇਰਾ ਨਹੀਂ ਉੱਥੇ ਜੀ ਲੱਗਣਾ। ਰੇਸ਼ਮ ਲੈ ਦੱਸ, ਜਰਨੈਲ ਵੀਰਾ ਵੀ ਤਾਂ ਸਾਰਾ ਸਾਲ ਘਰੋਂ ਹੀ ਬਾਹਰ ਰਹਿੰਦਾ ਨਾ। ਪਤਾ ਪਹਿਲਾਂ ਬੰਦੇ ਨੂੰ ਔਖ ਹੀ ਲੱਗਦਾ ਹੁੰਦਾ, ਪਰ ਫੇਰ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਹੁੰਦਾ। ਨਾਲੇ ਤੁਸੀਂ ਉੱਥੇ ਜਾ ਕੇ ਦੱਬ ਕੇ ਮਿਹਨਤ ਕਰਨਾ ਤੇ ਫੇਰ ਮੈਨੂੰ ਵੀ ਆਪਣੇ ਕੋਲ ਬੁਲਾ ਲੈਣਾ। ਫੇਰ ਆਪਾਂ ਰਲ ਕੇ ਆਪਣੇ ਸੁਪਨਿਆਂ ਦਾ ਸੋਹਣਾ ਜਿਹਾ ਮਹਿਲ ਬਣਾਵਾਂਗੇ। ਕਰਮਾ ਸੁਪਨਿਆਂ ਦਾ ਮਹਿਲ ਆਪਾਂ ਫੇਰ ਕਦੇ ਬਣਾ ਲਵਾਂਗੇ, ਹੁਣ ਆਪਾਂ ਪਹਿਲਾਂ ਘਰ ਨੂੰ ਚੱਲੀਏ, ਸੂਰਜ ਵੀ ਢਲ ਰਿਹਾ ਏ। ਰੇਸ਼ਮ ਚਲੋ ਜੀ ਫਿਰ, ਆ ਲਓ ਮੈਂ ਤੁਹਾਡੀ ਜੀਪ ਵੀ ਸਟਾਰਟ ਕਰਤੀ, ਕਹਿ ਕੇ ਉਸਨੇ ਚਾਬੀ ਘੁਮਾ ਦਿੱਤੀ ਤੇ ਫਿਰ ਉਹ ਦੋਵੇਂ ਆਪਣੇ ਪਿੰਡ ਵੱਲ ਨੂੰ ਚੱਲ ਪਏ। ਫਿਰ ਜਦ ਸੂਰਜ ਢਲੇ ਤੇ ਉਹ ਦੋਵੇਂ ਆਪਣੇ ਘਰ ਪਹੁੰਚੇ ਤਾਂ ਰੇਸ਼ਮ ਨੇ ਆਪਣੇ ਘਰ ਦੇ ਸਭ ਠੀਕ ਠਾਕ ਹੋਣ ਬਾਰੇ ਆਪਣੀ ਬੇਬੇ ਤੇ ਭਾਬੀ ਹੁਣਾਂ ਨੂੰ ਦੱਸਿਆ। ਇਦਾਂ ਹੀ ਫਿਰ ਕਰਦੇ ਹੋਏ ਦਿਨ ਮਹੀਨੇ ਬੀਤਣ ਲੱਗੇ। ਇੱਧਰ ਜਰਨੈਲ ਦੀਆਂ ਛੁੱਟੀਆਂ ਵੀ ਮੁੱਕਣ ਵਾਲੀਆਂ ਸਨ ਤੇ ਕੁਝ ਦਿਨਾਂ ਬਾਅਦ ਉਹ ਵੀ ਆਪਣੇ ਕੈਂਪ ਵਾਪਸ ਮੁੜ ਗਿਆ। ਕਰਮੇ ਨੇ ਆਪਣੀ ਖੇਤੀਬਾੜੀ ਤੇ ਘਰ ਦੇ ਸਾਰੇ ਕੰਮ ਧੰਦੇ ਸਾਂਭ ਲਏ ਸਨ। ਉਧਰ ਰੇਸ਼ਮ ਨੇ ਵੀ ਆਪਣੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਲਈ ਸੀ। ਰਾਣੋ ਨੂੰ ਉਹ ਘਰ ਦਾ ਕੋਈ ਕੰਮਕਾਰ ਨਹੀਂ ਕਰਨ ਦਿੰਦੀ ਸੀ, ਸਾਰੇ ਕੰਮ 'ਚ ਆਪ ਹੀ ਭੱਜਦੀ ਫਿਰਦੀ ਰਹਿੰਦੀ ਸੀ। ਫਿਰ ਜਦ ਘਰ ਦੇ ਕੰਮਕਾਰ ਖਤਮ ਹੋਣੇ ਤੇ ਰੇਸ਼ਮ ਆਪਣੀ ਭਤੀਜੇ ਜੋਰਾਵਰ ਨੂੰ ਚੱਕ ਕੇ ਸਾਰਾ ਦਿਨ ਉਸਦੇ ਨਾਲ ਖੇਡਦੀ ਰਹਿੰਦੀ ਸੀ। ਜਦ ਕਦੇ ਬੇਬੇ ਨੇ ਆਪਣੇ ਖੇਤ ਗੇੜਾ ਮਾਰਨ ਜਾਣਾ ਤਾਂ ਰੇਸ਼ਮ ਕਦੇ ਕਦਾਈ ਆਪਣੀ ਬੇਬੇ ਦੇ ਨਾਲ ਸਬਜ਼ੀ ਵਗੈਰਾ ਲੈਣ ਖੇਤ ਵੀ ਚਲੀ ਜਾਂਦੀ ਹੁੰਦੀ ਸੀ। ਜ਼ਿੰਦਗੀ 'ਚ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ। ਇੱਕ ਦਿਨ ਕਰਮੇ ਨੂੰ ਆਪਣੀ ਬੇਬੇ ਦੇ ਨਾਲ ਕਿਸੇ ਦੂਰ ਦੀ ਰਿਸ਼ਤੇਦਾਰੀ 'ਚ ਵਿਆਹ ਜਾਣਾ ਪਿਆ। ਵੈਸੇ ਤਾਂ ਬੇਬੇ ਦਾ ਇੰਨੀ ਦੂਰ ਜਾਣ ਨੂੰ ਮਨ ਨਹੀਂ ਸੀ, ਪਰ ਜਦ ਅਗਲਾ ਆਪ ਘਰ ਚੱਲ ਕੇ ਇੰਨੇ ਮਾਣ ਨਾਲ ਵਿਆਹ ਦਾ ਕਾਰਡ ਦੇਣ ਆਵੇ ਤਾਂ ਚੱਲ ਕੇ ਆਏ, ਉਸ ਇਨਸਾਨ ਦਾ ਮਾਣ ਤਾਣ ਤਾਂ ਰੱਖਣਾ ਹੀ ਪੈਂਦਾ ਨਾ। ਉਹ ਦੋਵੇਂ ਸਵੇਰੇ ਹੀ ਆਪਣੇ ਘਰੋਂ ਨਿਕਲ ਪਏ। ਦੂਰ ਦਾ ਸਫ਼ਰ ਹੋਣ ਕਰਕੇ ਉਹਨਾਂ ਦੇ ਅਗਲੇ ਦਿਨ ਘਰ ਨੂੰ ਵਾਪਸ ਮੁੜਨਾ ਸੀ। ਚਲਦੇ ਚਲਦੇ ਉਹਨਾਂ ਨੂੰ ਦੁਪਹਿਰ ਹੋ ਗਈ ਸੀ ਤੇ ਉਹ ਦੁਪਹਿਰ ਦੇ 2 ਵਜੇ ਵਿਆਹ ਵਾਲੇ ਘਰ ਪਹੁੰਚੇ। ਜਦ ਉਹ ਪਿੰਡ ਦੀ ਜੂਹ 'ਚ ਦਾਖਲ ਹੋਏ ਤਾਂ ਕਰਮੇ ਨੇ ਪਿੰਡ ਦੇ ਬਾਹਰ ਬੋਰਡ ਹੇਠਾਂ ਲੱਗੇ ਪਿੰਡ ਦੇ ਨਾਮ ਵਾਲੇ ਪੱਥਰ ਜਦ ਦੇਖਿਆ ਤਾਂ ਉਸਦੇ ਉੱਤੇ ਕਰਮੇ ਦੇ ਪਿੰਡ ਦਾ ਨਾਮ ਲਿਖਿਆ ਹੋਇਆ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਕਿ ਅੱਜ ਇੰਨੇ ਸਾਲਾਂ ਬਾਅਦ ਕਿਸਮਤ ਫੇਰ ਕਿਵੇਂ ਉਸਨੂੰ ਉਸੇ ਪਿੰਡ 'ਚ ਲੈ ਆਈ ਜਿੱਥੋਂ ਕਦੇ ਉਹ ਚੱਲਿਆ ਸੀ। ਫਿਰ ਜਦ ਉਹ ਪਿੰਡ ਦੀਆਂ ਗਲੀਆਂ 'ਚੋਂ ਹੁੰਦੇ ਹੋਏ ਵਿਆਹ ਵਾਲੇ ਘਰ ਪਹੁੰਚੇ ਤਾਂ ਕਰਮਾ ਹੈਰਾਨ ਹੁੰਦਾ ਹੋਇਆ ਸਾਰਾ ਕੁਝ ਦੇਖ ਰਿਹਾ ਸੀ। ਫਿਰ ਬੇਬੇ ਕਰਮੇ ਨੂੰ ਗੌਰ ਨਾਲ ਇੰਜ ਸਭ ਕੁਝ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ, ਕੀ ਗੱਲ ਕਰਮਿਆ, ਇੰਨੇ ਧਿਆਨ ਨਾਲ ਕੀ ਦੇਖ ਰਿਹਾ? ਕਰਮਾ ਬੇਬੇ, ਇਹ ਮੇਰਾ ਪਿੰਡ ਆ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਕੁਝ ਸ਼ੁਰੂਆਤੀ ਸਾਲ ਗੁਜ਼ਾਰੇ ਸਨ। ਬੇਬੇ ਤੂੰ ਸੱਚ ਕਹਿ ਰਿਹਾ ਹੈ ਪੁੱਤ? ਫਿਰ ਤਾਂ ਬਹੁਤ ਇਹ ਚੰਗੀ ਗੱਲ ਹੈ। ਜੇ ਰੱਬ ਨੇ ਚਾਹਿਆ ਤਾਂ ਹੁਣ ਆਪਾਂ ਆਏ ਹਾਂ ਤਾਂ ਹੈਗੇ ਆ, ਇਸੇ ਬਹਾਨੇ ਤੇਰੀ ਪਹਿਚਾਣ ਵੀ ਆਪਣੇ ਨਾਲ ਲੈ ਕੇ ਜਾਵਾਂਗੇ। ਚੱਲ ਆ ਪੁੱਤ, ਡਰ ਨਾ, ਕੁਝ ਨਹੀਂ ਹੁੰਦਾ। ਕਰਮਾ ਨਹੀਂ ਬੇਬੇ, ਵੀਰੇ ਨੂੰ ਦਿੱਤਾ ਵਾਅਦਾ ਟੁੱਟ ਜਾਊ। ਬੇਬੇ ਪੁੱਤ ਕੁਝ ਨਹੀਂ ਹੁੰਦਾ, ਹੁਣ ਸਾਨੂੰ ਕਿਹੜਾ ਪਤਾ ਸੀ ਆਪਾਂ ਤੇਰੇ ਪਿੰਡ ਹੀ ਵਿਆਹ ਜਾਣਾ। ਚੱਲ ਆ ਸ਼ਾਬਾਸ਼, ਸ਼ਾਇਦ ਰੱਬ ਵੀ ਇਹੀ ਚਾਹੁੰਦਾ ਸੀ ਕਿ ਆਪਾਂ ਤੇਰੇ ਪਿੰਡ ਆਈਏ। ਫਿਰ ਉਹ ਦੋਵੇਂ ਜੀਪ 'ਚੋਂ ਉਤਰ ਕੇ ਜਦ ਘਰ ਦੇ ਅੰਦਰ ਆਏ ਤਾਂ ਵਿਆਹ ਵਾਲਿਆਂ ਨੇ ਉਹਨਾਂ ਦਾ ਜੀ ਆਇਆਂ ਨੂੰ ਆਖ ਕੇ ਸਵਾਗਤ ਕੀਤਾ। ਫਿਰ ਉਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਚਾਹ ਨਾਲ ਸ਼ੀਰਨੀ ਪਕੌੜੇ ਵਰਤਾਏ ਗਏ। ਜਦ ਉਹ ਬੈਠੇ ਚਾਹ ਪੀ ਰਹੇ ਸਨ ਤਾਂ ਕਰਮੇ ਦੀ ਨਜ਼ਰ ਸਾਹਮਣੇ ਵਿਹੜੇ 'ਚ ਘੁੰਮ ਰਹੇ ਇੱਕ ਬਜ਼ੁਰਗ ਤੇ ਪਈ। ਜਦ ਉਸਨੇ ਧਿਆਨ ਨਾਲ ਦੇਖਿਆ ਤਾਂ ਉਹ ਉਸਨੂੰ ਪਹਿਚਾਣ ਗਿਆ। ਫਿਰ ਉਹ ਉੱਠ ਕੇ ਉਸਦੇ ਕੋਲ ਗਿਆ ਤੇ ਉਹਨਾਂ ਦੇ ਪੈਰੀ ਹੱਥ ਲਗਾ ਕੇ ਕਹਿਣ ਲੱਗਾ,
ਹਰਦੇਵ ਚਾਚਾ ਪੈਰੀ ਪੈਂਦਾ। ਇੱਕ ਜਵਾਨ ਅਜਨਬੀ ਜਿਹੇ ਸਰਦਾਰ ਮੁੰਡੇ ਨੂੰ ਆਪਣੇ ਪੈਰੀ ਹੱਥ ਲਗਾਉਂਦਾ ਹੋਇਆ ਦੇਖ ਕੇ ਉਹ ਬਜ਼ੁਰਗ ਧਿਆਨ ਨਾਲ ਉਸਦੇ ਚਿਹਰੇ ਨੂੰ ਦੇਖਦੇ ਹੋਏ ਕਹਿਣ ਲੱਗਾ, ਜਿਉਂਦਾ ਰਹਿ ਜਵਾਨਾ, ਪਰ ਮੈਂ ਪੁੱਤ ਸਿਆਣਾ ਹੈ ਨਹੀਂ ਤੈਨੂੰ। ਤੂੰ ਕੌਣ ਹੈ ਤੇ ਮੈਨੂੰ ਕਿਵੇਂ ਜਾਣਦਾ ਏ? ਕਰਮਾ ਚਾਚਾ ਜੀ, ਮੈਂ ਆ ਕਰਮਾ, ਤੁਹਾਡੇ ਯਾਰ ਮੇਜਰ ਸਿੰਘ ਦਾ ਮੁੰਡਾ ਕਰਮਾ। ਤੁਸੀਂ ਮੈਨੂੰ ਭੁੱਲ ਗਏ? ਮੇਜਰ ਸਿੰਘ ਦਾ ਨਾਮ ਸੁਣ ਕੇ ਹਰਦੇਵ ਭਾਵੁਕ ਹੋ ਗਿਆ ਤੇ ਫਿਰ ਕਰਮੇ ਨੂੰ ਆਪਣੇ ਗਲ ਨਾਲ ਲਗਾ ਕੇ ਰੋਂਦੇ ਹੋਏ ਕਹਿਣ ਲੱਗਾ, ਉਹ ਕਰਮੇ ਪੁੱਤ, ਤੂੰ ਕਿੱਥੇ ਚਲਾ ਗਿਆ ਸੀ ਯਾਰ, ਸਾਨੂੰ ਸਭ ਨੂੰ ਛੱਡ ਕੇ? ਤੈਨੂੰ ਇੱਕ ਵਾਰੀ ਵੀ ਸਾਡਾ ਖਿਆਲ ਨਹੀਂ ਆਇਆ? ਕਰਮਾ ਚਾਚਾ ਜੀ, ਤੁਸੀਂ ਰੋਵੋ ਨਾ, ਆ ਲਓ ਫੜੋ, ਆਰਾਮ ਨਾਲ ਤੁਸੀਂ ਕੁਰਸੀ ਤੇ ਬੈਠੋ। ਫਿਰ ਆਪਣੇ ਚਾਚੇ ਦੇਬੇ ਨੂੰ ਕਰਮਾ ਕੁਰਸੀ ਤੇ ਬਿਠਾਉਂਦੇ ਹੋਏ ਕਹਿਣ ਲੱਗਾ, ਚਾਚਾ ਜੀ, ਘਰ ਜਗਤਾਰ ਵੀਰੇ ਹੋਣੀ ਸਭ ਕਿਵੇਂ ਆ? ਚਾਚਾ, ਉਹ ਪੁੱਤ ਤੇਰੇ ਜਾਣ ਪਿੱਛੋਂ ਤਾਂ ਜਿਵੇਂ ਤੇਰਾ ਸਾਰਾ ਘਰ-ਬਾਰ ਹੀ ਬਿਖਰ ਗਿਆ। ਜਗਤਾਰ ਜਿੰਨਾ ਆਪ ਭਲਾ ਮਾਨਸ ਬੰਦਾ ਸੀ, ਉਸਦੇ ਦੋਵੇਂ ਮੁੰਡੇ ਮਾੜੀ ਸੰਗਤ 'ਚ ਪੈ ਕੇ ਉਹਨੇ ਹੀ ਮਾੜੇ ਨਿਕਲੇ। ਉਹ ਦੋਵੇਂ ਹੁਣ ਉਸਦੇ ਕਹਿਣੇ ਤੋਂ ਬਾਹਰ ਆ। ਛੋਟਾ ਭਰਾ ਧਰਮਾ ਵੀ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਆਪਣੀ ਘਰਵਾਲੀ ਦੇ ਨਾਲ ਆਪਣਾ ਹਿੱਸਾ ਲੈ ਕੇ ਪਿੰਡ ਛੱਡ ਗਿਆ, ਪਰ ਤੇਰੀ ਛਿੰਦੋ ਭੈਣ ਆਪਣੇ ਘਰ ਰਾਜੀ ਖੁਸ਼ੀ ਵਸਦੀ ਆ। ਤੇਰੇ ਜਾਣ ਪਿੱਛੋਂ ਤਾਂ ਮੁੜ ਕੇ ਮੈਂ ਵੀ ਕਦੇ ਉਸ ਘਰ ਨਹੀਂ ਵੜਿਆ ਪੁੱਤ। ਲੋਕ ਤਾਂ ਕਹਿੰਦੇ ਆ ਕਿ ਜੋ ਜਗਤਾਰ ਨੇ ਆਪਣੀ ਘਰਵਾਲੀ ਦੇ ਮਗਰ ਲੱਗ ਕੇ ਤੇਰੇ ਨਾਲ ਕੀਤਾ ਸੀ ਨਾ, ਉਸ ਬੱਚੇ ਦੀਆਂ ਬਦਦੁਆਵਾਂ ਇਸ ਘਰ ਨੂੰ ਖਾ ਗਈਆਂ। ਅਸਲ 'ਚ ਸਭ ਕੁਝ ਕਰਵਾਉਣ ਵਾਲੀ ਤਾਂ ਤੇਰੀ ਦੀਸ਼ੋ ਤਾਈ ਸੀ ਕਰਮਾ। ਨਹੀਂ ਚਾਚਾ ਜੀ, ਮੇਰਾ ਰੱਬ ਜਾਣਦਾ ਏ, ਮੈਂ ਕਦੇ ਵੀ ਆਪਣੇ ਵੀਰੇ ਹੁਣਾਂ ਲਈ ਬਦਦੁਆਵਾਂ ਨਹੀਂ ਮੰਗੀਆਂ। ਮੈਂ ਤਾਂ ਹਰ ਵੇਲੇ ਜਦ ਵੀ ਕਿਤੇ ਕੀਤੀ ਆ, ਬਸ ਉਹਨਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਆ। ਚਾਚਾ, ਉਹ ਮੈਂ ਜਾਣਦਾ ਪੁੱਤ, ਸਾਡਾ ਕਰਮਾ ਇੰਨਾ ਮਾੜਾ ਨਹੀਂ ਹੈ, ਪਰ ਸਾਲੇ ਸ਼ਰੀਕੇ ਤੋਂ ਉਸ ਟੱਬਰ ਦੀ ਰਾਜੀ ਖੁਸ਼ੀ ਨਾ ਦੇਖੀ ਗਈ, ਜਿਸ ਦੇ ਕਰਕੇ ਉਹਨਾਂ ਨੇ ਇੱਕ ਹੱਸਦਾ ਵਸਦਾ ਘਰ ਪੱਟ ਦਿੱਤਾ। ਇੰਨੇ ਨੂੰ ਕਰਮੇ ਦੀ ਬੇਬੇ ਉੱਠ ਕੇ ਉਹਨਾਂ ਦੇ ਕੋਲ ਆਈ ਤੇ ਦੇਬੇ ਨੂੰ ਹੱਥ ਜੋੜਦੇ ਹੋਏ ਕਹਿਣ ਲੱਗੀ, ਸਤਿ ਸ਼੍ਰੀ ਅਕਾਲ ਬਜ਼ੁਰਗੋ। ਹਰਦੇਵ ਉਸਦੇ ਸਿਰ ਤੇ ਉੱਤੇ ਹੱਥ ਰੱਖ ਕੇ ਅਸੀਸ ਦਿੰਦਾ ਹੋਇਆ ਕਹਿਣ ਲੱਗਾ, ਜੁਗ ਜੁਗ ਜੀ ਧੀਏ, ਪਰ ਮੈਂ ਤੈਨੂੰ ਵੀ ਨਹੀਂ ਸਿਆਣਿਆ। ਕਰਮਾ ਚਾਚਾ ਜੀ, ਇਹ ਮੇਰੀ ਵੱਡੀ ਬੇਬੇ ਆ। ਬੇਬੇ ਕਰਮੇ ਪੁੱਤ, ਤੂੰ ਆਪਣੇ ਚਾਚਾ ਜੀ ਨੂੰ ਬਾਹਰ ਲੈ ਕੇ ਚੱਲ, ਮੈਂ ਉਦੋਂ ਤੱਕ ਵਿਆਹ ਵਾਲਿਆਂ ਨੂੰ ਸ਼ਗਨ ਫੜਾਵਾਂ, ਫਿਰ ਆਪਾਂ ਕਿਤੇ ਬੈਠ ਕੇ ਗੱਲ ਕਰਦੇ ਆਂ। ਕਰਮਾ ਫਿਰ ਆਪਣੇ ਚਾਚੇ ਨੂੰ ਲੈ ਕੇ ਘਰੋਂ ਬਾਹਰ ਆ ਗਿਆ। ਕੁਝ ਦੇਰ ਬਾਅਦ ਜਦ ਉਸਦੀ ਬੇਬੇ ਵੀ ਬਾਹਰ ਆ ਗਈ ਤਾਂ ਕਰਮਾ ਕਹਿਣ ਲੱਗਾ, ਬੇਬੇ ਚਲੋ ਆਪਾਂ ਚਾਚਾ ਜੀ ਦੇ ਘਰ ਚੱਲਦੇ ਆਂ, ਉੱਥੇ ਬੈਠ ਕੇ ਹੀ ਸਾਰੀ ਗੱਲਬਾਤ ਕਰਾਂਗੇ। ਫਿਰ ਹਰਦੇਵ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਆ ਗਿਆ। ਕਰਮੇ ਨੇ ਵਿਹੜੇ 'ਚ ਛਾਵੇਂ ਮੰਜਾ ਡਾਹਿਆ ਤੇ ਆਪਣੇ ਚਾਚੇ ਨੂੰ ਉਸਦੇ ਉੱਤੇ ਬਿਠਾਇਆ, ਆਪਣੀ ਬੇਬੇ ਲਈ ਕੁਰਸੀ ਰੱਖੀ ਤੇ ਨਾਲ ਹੀ ਕਰਮਾ ਉਹਨਾਂ ਦੇ ਕੋਲ ਬੈਠ ਗਿਆ। ਕੁਝ ਦੇਰ ਤੱਕ ਜਦ ਉਹ ਸਾਰੇ ਸ਼ਾਂਤ ਬੈਠੇ ਰਹੇ, ਫਿਰ ਕਰਮਾ ਆਪ ਹੀ ਉਹਨਾਂ ਨੂੰ ਪੁੱਛਣ ਲੱਗਾ, ਚਾਚਾ ਜੀ, ਕੀ ਹੋਇਆ ਸੀ ਮੇਰੇ ਜਾਣ ਤੋਂ ਮਗਰੋਂ? ਮੈਂ ਹੁਣੇ ਆਉਂਦੇ ਹੋਏ ਸਾਡੇ ਘਰ ਦੀ ਹਾਲਤ ਦੇਖੀ, ਉਸ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉੱਥੇ ਕੋਈ ਰਹਿੰਦਾ ਵੀ ਹੋਣਾ ਏ। ਹਰਦੇਵ ਪੁੱਤਰ, ਜਦ ਔਲਾਦ ਮਾੜੀ ਨਿਕਲ ਆਵੇ ਨਾ, ਮਹਿਲਾਂ ਵਰਗੇ ਘਰ ਵੀ ਖੰਡਰ ਬਣਨ 'ਚ ਦੇਰ ਨਹੀਂ ਲੱਗਦੀ। ਤੇਰੇ ਬੇਬੇ ਬਾਪੂ ਦੇ ਮਰਨ ਮਗਰੋਂ ਨਸੀਬੋ ਦੇ ਹੁਣ ਸਿਰ ਤੇ ਕੋਈ ਵੱਡਾ ਵਡੇਰਾ ਨਾ ਹੋਣ ਕਰਕੇ ਉਸ ਦਾ ਡਰ ਹੀ ਚੁੱਕਿਆ ਗਿਆ ਸੀ। ਉੱਪਰੋਂ ਤੇਰੀ ਦੀਸ਼ੋ ਤਾਈ ਦੀ ਚੁੱਕ 'ਚ ਆ ਕੇ ਉਹ ਹੁਣ ਮਨਮਰਜ਼ੀਆਂ ਬਹੁਤ ਕਰਨ ਲੱਗ ਪਈ ਸੀ। ਜਗਤਾਰ ਤਾਂ ਉਸ ਨੂੰ ਬਹੁਤ ਸਮਝਾਉਂਦਾ ਰਹਿੰਦਾ ਸੀ, ਪਰ ਉਹ ਤਾਂ ਹੁਣ ਉਸ ਦੇ ਅੱਗੇ ਵੀ ਬੋਲਣ ਲੱਗ ਪਈ ਸੀ, ਜਿਸ ਦੇ ਕਰਕੇ ਉਸ ਦੇ ਜਵਾਕਾਂ ਦੇ ਮਨ 'ਚੋਂ ਆਪਣੇ ਪਿਓ ਪ੍ਰਤੀ ਡਰ ਮੁੱਕ ਗਿਆ ਸੀ। ਬਸ ਇੱਥੋਂ ਹੀ ਇਸ ਘਰ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋ ਗਈ। ਨਸੀਬੋ ਨੇ ਆਪਣੇ ਪੁੱਤਾਂ ਦੇ ਮੂੰਹ ਨਿਕਲੀ ਹਰ ਨਜਾਇਜ਼ ਮੰਗ ਉਹਨਾਂ ਨੂੰ ਬਿਨਾਂ ਕੁਝ ਪੁੱਛੇ ਜਗਤਾਰ ਨਾਲ ਲੜ ਕੇ ਪੂਰੀ ਕਰਨੀ ਸ਼ੁਰੂ ਕਰ ਦਿੱਤੀ। ਜਗਤਾਰ ਨੇ ਤਾਂ ਉਸ ਨੂੰ ਬਹੁਤ ਵਾਰੀ ਰੋਕਿਆ ਵੀ ਕਿ ਨਸੀਬੋ, ਜਵਾਨ ਹੋ, ਬੱਚਿਆਂ ਨੂੰ ਇੰਨੀ ਖੁੱਲ੍ਹ ਨਹੀਂ ਦੇਣੀ ਚੰਗੀ ਹੁੰਦੀ। ਹੋਰ ਕਿਤੇ ਇਹ ਨਾ ਹੋਵੇ ਕਿ ਇਹ ਕੱਲ੍ਹ ਨੂੰ ਭਟਕ ਜਾਣ। ਤੂੰ ਉਹਨਾਂ ਨੂੰ ਪੈਸੇ ਦੇਣੇ ਹੈ ਤਾਂ ਬੇਸ਼ੱਕ ਦੇ, ਪਰ ਘੱਟੋ ਘੱਟ ਪੁੱਛਿਆ ਤਾਂ ਕਰ, ਤੇਰੇ ਲਾਡਲਿਆਂ ਨੇ ਉਹ ਪੈਸੇ ਕਰਨੇ ਕੀ ਹਨ? ਤਾਂ ਉਸ ਦੀ ਗੱਲ ਸੁਣ ਕੇ ਨਸੀਬੋ ਨੇ ਕਹਿਣਾ ਕਿ ਨਾ, ਮੇਰੇ ਜਵਾਕ ਕੀ ਜੂਆ ਖੇਡਦੇ ਆ? ਲੋਕਾਂ ਦੇ ਨਿਆਣਿਆਂ ਵਾਂਗੂ ਗੰਦੇ ਜਿਹੇ ਨਹੀਂ ਬਣ ਕੇ ਘੁੰਮਦੇ। ਜੇ ਉਹ ਚੰਗਾ ਪਾਉਂਦੇ ਤੇ ਹੰਡਾਉਂਦੇ ਆ ਤਾਂ ਤੇਰੇ ਤੋਂ ਉਹ ਵੀ ਨਹੀਂ ਦੇਖਿਆ ਜਾਂਦਾ।
ਐਵੇਂ ਹੀ ਘਰੋਂ ਖੁੱਲਾ ਪੈਸਾ ਮਿਲਣ ਤੇ ਕੋਈ ਪੁੱਛ-ਗਿੱਛ ਨਾ ਹੋਣ ਕਰਕੇ ਉਹਨਾਂ ਦੀ ਸੰਗਤ ਕਦ ਖਰਾਬ ਹੋ ਗਈ, ਨਸੀਬੋਂ ਨੂੰ ਪਤਾ ਹੀ ਨਾ ਚੱਲਿਆ। ਉਹ ਤਾਂ ਜਦ ਇੱਕ ਦਿਨ ਮੋਹਨ ਸਿੰਘ ਨੇ ਆਪਣੇ ਖਾਲੀ ਪਏ ਪਲਾਟ 'ਚ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਬੈਠ ਕੇ ਬੀੜੀਆਂ ਪੀਂਦੇ ਹੋਏ ਫੜਿਆ, ਫਿਰ ਉਹਨਾਂ ਦੇ ਘਰੇ ਪਤਾ ਲੱਗਿਆ। ਉਸ ਦਿਨ ਜਗਤਾਰ ਨੇ ਆਪਣੇ ਦੋਵੇਂ ਪੁੱਤਾਂ ਨੂੰ ਬਹੁਤ ਕੁੱਟਿਆ ਤੇ ਆਪਣੀ ਘਰਵਾਲੀ ਨੂੰ ਵੀ ਬਹੁਤ ਮੰਦਾ ਚੰਗਾ ਬੋਲਿਆ, ਪਰ ਉਹ ਤਾਂ ਬੇਸ਼ਰਮਾਂ ਵਾਂਗ ਹੱਸਦੇ ਹੋਏ ਕੁੱਟ ਖਾਈ ਜਾ ਰਹੇ ਸਨ। ਉਸ ਦਿਨ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਦੇ ਕਾਰਨਾਮੇ ਜੱਗ ਸ਼ਹਿਰ ਹੋਣ ਲੱਗ ਪਏ। ਤਾਂ ਇੱਕ ਦਿਨ ਐਸਾ ਵੇਲਾ ਵੀ ਆਇਆ ਜਦ ਉਹਨਾਂ ਦੋਨਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਨਸੀਬੋਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਪਰ ਹੁਣ ਤਾਂ ਮਾਮਲਾ ਹੱਥ 'ਚੋਂ ਨਿਕਲ ਗਿਆ ਸੀ। ਦੋਵੇਂ ਭਰਾਵਾਂ ਨੇ ਆਪਣੀਆਂ ਮਾੜੀਆਂ ਆਦਤਾਂ ਨੂੰ ਪੂਰਾ ਕਰਨ ਲਈ ਆਸੇ-ਪਾਸੇ ਦੇ ਪਿੰਡਾਂ 'ਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਇੱਕ ਦਿਨ ਉਹਨਾਂ ਨੇ ਆਪਣੇ ਘਰ 'ਚੋਂ ਚੋਰੀ ਕੀਤੀ ਤਾਂ ਜਗਤਾਰ ਇਸ ਤੋਂ ਪਹਿਲਾਂ ਉਹਨਾਂ ਨੂੰ ਫੜਾਉਂਦਾ, ਉਹ ਨਸ਼ੇ ਦੀ ਹਾਲਤ 'ਚ ਉਸ ਨਾਲ ਧੱਕਾ ਮੁੱਕੀ ਕਰਦੇ ਹੋਏ ਉਹਨਾਂ ਨੇ ਆਪਣੇ ਪਿਓ ਦੇ ਸਿਰ ਦੀ ਪਹਿਲਾਂ ਪੱਗ ਲਾ ਦਿੱਤੀ ਤੇ ਫਿਰ ਉਸਦਾ ਕੰਧ 'ਚ ਸਿਰ ਮਾਰ ਕੇ ਸੁੱਟ ਕੇ ਘਰੋਂ ਫਰਾਰ ਹੋ ਗਏ। ਇਸ ਧੱਕਾ ਮੁੱਕਾ ਜਗਤਾਰ ਦੇ ਸਿਰ ਤੇ ਸੱਟ ਲੱਗ ਗਈ। ਨਸੀਬੋ ਬੈਠੀ ਰੋਂਦੀ ਹੋਈ ਆਪਣੇ ਘਰ ਵਾਲੇ ਦੇ ਪੱਟੀ ਕਰ ਰਹੀ ਸੀ। ਜਗਤਾਰ ਬੈਠਾ ਆਪਣੀਆਂ ਹੀ ਸੋਚਾਂ ਵਿੱਚ ਸੋਚ ਰਿਹਾ ਸੀ ਕਿ ਰੱਬਾ ਮੈਂ ਕੀ ਸੋਚਿਆ ਸੀ ਤੇ ਕੀ ਹੋ ਗਿਆ। ਅੱਜ ਆਪਣੇ ਘਰ ਵਾਲੇ ਦੀ ਹਾਲਤ ਦੇਖ ਕੇ ਨਸੀਬੋ ਵੀ ਹੁਣ ਤਾਈ ਦੀਆਂ ਗੱਲਾਂ 'ਚ ਆ ਕੇ ਕੀਤੇ ਕੰਮਾਂ ਬਾਰੇ ਸੋਚ ਕੇ ਪਛਤਾ ਰਹੀ ਸੀ। ਪਰ ਹੁਣ ਕੀ ਫਾਇਦਾ ਸੀ, ਪਾਣੀ ਤਾਂ ਸਿਰ ਤੋਂ ਲੰਘ ਚੁੱਕਿਆ ਸੀ। ਜਦ ਤੱਕ ਜਗਤਾਰ ਦੇ ਪੁੱਤ ਜਵਾਨ ਹੋਏ ਉਹ ਤਾਂ ਪੱਕੇ ਨਸ਼ੇੜੀ ਬਣ ਗਏ ਸਨ। ਜਗਤਾਰ ਦੀ ਹੁਣ ਇਹ ਹਾਲਤ ਸੀ ਕਿ ਉਹ ਆਪਣੇ ਹੀ ਪੁੱਤਾਂ ਕਰਕੇ ਕੱਖੋਂ ਹੌਲਾ ਹੋ ਕੇ ਰਹਿ ਗਿਆ ਸੀ। ਧਰਮੇ ਨੇ ਹੀ ਆਪਣੇ ਭਰਾ ਦੇ ਘਰ ਦੀ ਹਾਲਤ ਦੇਖਦੇ ਹੋਏ ਆਪਣੀ ਭੈਣ ਬੰਤੋ ਦਾ ਵਿਆਹ ਕੀਤਾ। ਧਰਮਾ ਤਾਂ ਕਦੇ ਕਦਾਈ ਪਿੰਡ ਆਪਣੇ ਭਰਾ ਕੋਲ ਗੇੜਾ ਮਾਰ ਵੀ ਜਾਂਦਾ ਸੀ, ਪਰ ਧਰਮੇ ਦੀ ਘਰਵਾਲੀ ਦੇ ਕੌੜੇ ਸੁਭਾਅ ਕਰਕੇ ਹੌਲੀ-ਹੌਲੀ ਉਹ ਵੀ ਪਿੱਛੇ ਹਟ ਗਿਆ। ਜਿਸ ਘਰ ਵਿੱਚ ਕਦੇ ਖੁਸ਼ੀਆਂ ਦੇ ਖੇੜੇ ਹੱਸਦੇ ਵਸਦੇ ਹੁੰਦੇ ਸੀ ਨਾ ਪੁੱਤਰਾ, ਹੁਣ ਉਸ ਘਰ ਵਿੱਚ ਸ਼ਮਸ਼ਾਨ ਵਰਗੀ ਚੁੱਪ ਪਸਰੀ ਰਹਿੰਦੀ ਹੈ। ਜਿਸ ਚੁੱਲ੍ਹੇ ਤੇ ਕਦੇ ਸਾਰੇ ਟੱਬਰ ਦੀ ਰੋਟੀ ਲੱਥਿਆ ਕਰਦੀ ਸੀ ਨਾ ਹੁਣ ਉਸ ਚੁੱਲ੍ਹੇ ਤੇ ਭੰਗ ਭੁੱਜਦੀ ਹੈ। ਆਪਣੇ ਘਰ ਦੀ ਕਹਾਣੀ ਸੁਣ ਕੇ ਕਰਮੇ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹ ਆਪਣੇ ਹੰਝੂ ਪੂੰਝਦੇ ਹੋਏ ਕਹਿਣ ਲੱਗਾ, ਚਾਚਾ ਮੈਂ ਵੀਰੇ ਹੁਣਾਂ ਨੂੰ ਮਿਲਣਾ, ਉਹ ਘਰ ਹੀ ਹੋਣੇ ਆ ਨਾ। ਹਰਦੇਵ ਕੋਈ ਨਾ ਪੁੱਤ, ਆਪਾਂ ਚੱਲਦੇ ਆਂ, ਪਰ ਤੁਸੀਂ ਪਹਿਲੀ ਵਾਰੀ ਆਏ ਹੋ, ਕੋਈ ਚਾਹ ਪਾਣੀ ਪੀ ਜਾਓ। ਤੂੰ ਰੁਕ, ਮੈਂ ਬਣਾ ਕੇ ਲਿਆਉਂਦਾ। ਉਹ ਤੇਰੀ ਚਾਚੀ ਵੀ ਵਿਆਹ ਵਾਲਿਆਂ ਦੇ ਗਈ ਆ, ਹਾਲੇ ਤੱਕ ਮੁੜੀ ਹੀ ਨਹੀਂ। ਉਹਨਾਂ ਦੀ ਗੱਲ ਸੁਣ ਕੇ ਕਰਮੇ ਦੀ ਬੇਬੇ ਕਹਿਣ ਲੱਗੀ, ਨਹੀਂ ਬਜ਼ੁਰਗ ਤੁਸੀਂ ਰਹਿਣ ਦਿਓ, ਐਵੇਂ ਤਕਲੀਫ ਨਾ ਕਰੋ। ਵੈਸੇ ਵੀ ਅਸੀਂ ਵਿਆਹ ਵਾਲੇ ਘਰ ਚਾਹ ਪੀ ਲਈ ਸੀ, ਤੁਸੀਂ ਬੈਠੋ, ਮੈਂ ਤੇ ਕਰਮਾ ਆਪੇ ਜਾ ਕੇ ਉਹਨਾਂ ਨੂੰ ਮਿਲ ਆਉਂਦੇ ਆ। ਕਰਮਾ ਫਿਰ ਆਪਣੀ ਬੇਬੇ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਿਆ। ਜਦ ਉਹ ਘਰ ਦੇ ਦਰਵਾਜ਼ੇ ਦੇ ਬਾਹਰ ਆਏ ਤਾਂ ਦੇਖਿਆ ਲੱਕੜ ਦੇ ਉਸ ਦਰਵਾਜ਼ੇ ਦਾ ਬਹੁਤਾ ਹਿੱਸਾ ਤਾਂ ਘੁਣ ਖਾ ਚੁੱਕਾ ਸੀ ਤੇ ਕਈ ਜਗ੍ਹਾ ਤੋਂ ਉਸ ਨੂੰ ਤਾਰ ਨਾਲ ਬੰਨ੍ਹ ਕੇ ਕੰਮ ਚਲਾਓ ਕੀਤਾ ਹੋਇਆ ਸੀ। ਜਦ ਉਹ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਆਏ ਤਾਂ ਘਰ ਦੀ ਹਾਲਤ ਦੇਖ ਕੇ ਬਹੁਤ ਹੈਰਾਨ ਹੋਏ। ਸਾਰੇ ਵਿਹੜੇ 'ਚ ਭਾਂਡੇ ਖਿਲਰੇ ਹੋਏ ਸਨ। ਘਰ ਦੀਆਂ ਕੰਧਾਂ ਤੇ ਕਲੀ ਹੋਈ ਨੂੰ ਪਤਾ ਨਹੀਂ ਕਿੰਨੇ ਸਾਲ ਹੀ ਹੋ ਗਏ ਸਨ ਤੇ ਥਾਂ-ਥਾਂ ਤੋਂ ਸੀਮਟ ਉਤਰਿਆ ਹੋਇਆ ਹੋਣ ਕਰਕੇ ਹੁਣ ਤਾਂ ਇੱਟਾਂ ਵੀ ਆਪਣੀ ਜਗ੍ਹਾ ਛੱਡਦੀਆਂ ਜਾ ਰਹੀਆਂ ਸਨ। ਕਰਮਾ ਜਦ ਆਪਣੀ ਬੇਬੇ ਨੂੰ ਲੈ ਕੇ ਅੰਦਰ ਆਇਆ ਤੇ ਉਹ ਕਹਿਣ ਲੱਗਾ, ਜਗਤਾਰ ਵੀਰੇ ਕਿੱਥੇ ਹੋ ਤੁਸੀਂ? ਬਾਹਰ ਆ ਕੇ ਦੇਖੋ ਤੁਹਾਨੂੰ ਮਿਲਣ ਕੌਣ ਆਇਆ ਏ। ਕੁਝ ਦੇਰ ਬਾਅਦ ਜਗਤਾਰ ਅੰਦਰੋਂ ਸਿਰ ਤੇ ਪਰਨਾ ਲਪੇਟਦਾ ਹੋਇਆ ਜਦ ਬਾਹਰ ਆਇਆ ਤਾਂ ਕਰਮੇ ਨੇ ਦੇਖਿਆ ਕਿ ਉਸਦੇ ਜਗਤਾਰ ਵੀਰੇ ਦੀ ਦਾੜੀ ਉਮਰ ਤੋਂ ਪਹਿਲਾਂ ਹੀ ਸਾਰੀ ਸਫੇਦ ਹੋ ਚੁੱਕੀ ਸੀ। ਸਿਹਤ ਵੀ ਪਹਿਲਾਂ ਨਾਲੋਂ ਨਿਸਰ ਗਈ ਸੀ। ਜਿਸ ਸਿਰ ਉੱਤੇ ਉਹ ਕਦੇ ਸ਼ੀਸ਼ੇ 'ਚ ਦੇਖ ਕੇ ਸਜਾ ਕੇ ਸੋਹਣੀ ਜਿਹੀ ਪੱਗ ਬੰਨ੍ਹਦਾ ਹੁੰਦਾ ਸੀ, ਅੱਜ ਉਸ ਸਿਰ ਤੇ ਵਿੰਗਾ ਤੜਿੰਗਾ ਜਿਹਾ ਕਰਕੇ ਖੱਟੇ ਜਿਹੇ ਰੰਗ ਦਾ ਪਰਨਾ ਬੰਨਿਆ ਹੋਇਆ ਸੀ। ਉਸ ਦੇ ਸਿਰਫ ਇੱਕ ਪੈਰ 'ਚ ਟੁੱਟੀ ਜਿਹੀ ਚੱਪਲ ਪਾਈ ਹੋਈ ਸੀ, ਦੂਜੇ 'ਚ ਚੱਪਲ ਹੀ ਹੈਨੀ ਸੀ। ਸ਼ਾਇਦ ਔਲਾਦ ਦਾ ਦੁੱਖ ਹੀ ਐਸਾ ਹੁੰਦਾ ਏ, ਚੰਗੇ ਭਲੇ ਬੰਦੇ ਨੂੰ ਘੁਣ ਵਾਂਗੂ ਅੰਦਰੋਂ ਅੰਦਰ ਹੀ ਖਾ ਜਾਂਦਾ।
ਕਰਮੇ ਹੁਣਾਂ ਨੂੰ ਖੜਾ ਦੇਖ ਕੇ ਉਹ ਉਹਨਾਂ ਕੋਲ ਆਇਆ ਤੇ ਕਹਿਣ ਲੱਗਾ, ਹਾਂਜੀ ਵੀਰ ਜੀ ਦੱਸੋ, ਕੀ ਤੁਹਾਡੇ ਵੀ ਰਾਤੀ ਕੋਈ ਚੋਰੀ ਹੋਈ ਆ? ਪਰ ਮੈਂ ਸਭ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਸਾਡੇ ਪੁੱਤਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਉਹ ਕਿੱਥੇ ਨੇ, ਕੀ ਕਰਦੇ ਨੇ, ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ। ਕਰਮਾ ਫੇਰ ਆਪਣੇ ਵੀਰ ਦੇ ਜੋੜੇ ਹੱਥ ਆਪਣੇ ਹੱਥਾਂ 'ਚ ਲੈ ਕੇ ਆਪਣੇ ਮੱਥੇ ਤੇ ਲਗਾ ਕੇ ਰੋਂਦਾ ਹੋਇਆ ਕਹਿਣ ਲੱਗਾ, ਵੀਰੇ ਤੁਸੀਂ ਹੱਥ ਕਿਉਂ ਜੋੜ ਰਹੇ ਹੋ? ਮੈਂ ਕੋਈ ਸ਼ਿਕਾਇਤ ਨਹੀਂ ਲੈ ਕੇ ਆਇਆ, ਤੁਸੀਂ ਮੈਨੂੰ ਪਹਿਚਾਨਿਆ ਨਹੀਂ, ਮੈਂ ਆ ਤੁਹਾਡਾ ਕਰਮਾ। ਫੇਰ ਜਗਤਾਰ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਗੌਰ ਨਾਲ ਦੇਖਦੇ ਹੋਏ ਘੁੱਟ ਕੇ ਸੀਨੇ ਨਾਲ ਲਗਾ ਕੇ ਭੁੱਬਾ ਮਾਰ ਕੇ ਰੋਂਦਾ ਹੋਇਆ ਕਹਿਣ ਲੱਗਾ, ਓਏ ਕਰਮੇ ਪੁੱਤ, ਤੂੰ ਅੱਜ ਇੰਨੇ ਸਾਲਾਂ ਬਾਅਦ ਦੇਖ ਲੈ, ਮੈਂ ਕਦੇ ਤੈਨੂੰ ਇਸ ਘਰ 'ਚੋਂ ਆਪਣੀ ਘਰਵਾਲੀ ਤੇ ਬੱਚਿਆਂ ਦੇ ਮੂੰਹ 'ਚ ਆ ਕੇ ਕੱਢਿਆ ਸੀ। ਰੱਬ ਨੇ ਮੈਨੂੰ ਉਸ ਜੁਰਮ ਦੀ ਹੀ ਸ਼ਾਇਦ ਇਹ ਸਜ਼ਾ ਦਿੱਤੀ ਹੈ। ਕਰਮਿਆ ਦੇਖ ਲੈ ਯਾਰ, ਮੇਰੇ ਘਰ ਦੀ ਹਾਲਤ ਕੀ ਹੋ ਗਈ, ਮੇਰੇ ਤਾਂ ਪੁੱਤ ਵੀ ਕੁਪੱਤ ਹੋ ਗਏ, ਮੇਰਾ ਤਾਂ ਸਾਰਾ ਬੁਢਾਪਾ ਵੀ ਰੁਲ ਗਿਆ। ਹੁਣ ਤਾਂ ਲੱਗਦਾ ਏ ਮੇਰੀ ਬਾਕੀ ਦੀ ਬਚੀ ਜ਼ਿੰਦਗੀ ਵੀ ਇਹਨਾਂ ਪਿੱਛੇ ਲੋਕਾਂ ਦੇ ਅੱਗੇ ਹੱਥ ਪੈਰ ਜੋੜਦੇ ਹੀ ਲੰਘ ਜਾਣੀ ਆ। ਕਰਮਾ ਫੇਰ ਜਗਤਾਰ ਦੇ ਹੰਝੂ ਪੂੰਝਦੇ ਹੋਏ ਕਹਿਣ ਲੱਗਾ, ਨਹੀਂ ਵੀਰੇ ਏਦਾਂ ਨਹੀਂ ਹੁੰਦਾ, ਤੁਸੀਂ ਰੋਵੋ ਨਾ, ਮੈਂ ਹੁਣ ਆ ਗਿਆ ਨਾ, ਆਪਾਂ ਮਿਲ ਕੇ ਸਭ ਕੁਝ ਠੀਕ ਕਰ ਦੇਣਾ। ਫਿਰ ਜਦ ਕਰਮੇ ਦੀ ਭਾਬੀ ਅੰਦਰੋਂ ਬਾਹਰ ਆਈ ਤਾਂ ਕਰਮਾ ਉਹਨਾਂ ਨੂੰ ਦੇਖ ਕੇ ਕਹਿਣ ਲੱਗਾ, ਭਾਬੀ ਹੁਣ ਤੁਸੀਂ ਹੀ ਵੀਰੇ ਨੂੰ ਸਮਝਾਓ ਨਾ, ਏਦਾਂ ਹੌਸਲਾ ਛੱਡਣ ਨਾਲ ਕੁਝ ਨਹੀਂ ਹੋਣਾ, ਸਾਨੂੰ ਹਿੰਮਤ ਰੱਖਣੀ ਪੈਣੀ ਹੈ। ਨਸੀਬੋ ਪੁੱਤ, ਮੈਂ ਤਾਂ ਹਰ ਟਾਈਮ ਇਹਨਾਂ ਨੂੰ ਬਹੁਤ ਸਮਝਾਉਂਦੀ ਰਹਿੰਦੀ ਆ, ਪਰ ਤੇਰਾ ਵੀਰ ਤਾਂ ਤੇਰਾ ਝੋਰਾ ਹੀ ਦਿਲ ਨੂੰ ਲਾਈ ਬੈਠਾ ਏ। ਜਿਸ ਦਿਨ ਦਾ ਤੂੰ ਘਰ ਛੱਡ ਕੇ ਗਿਆ ਏ ਨਾ, ਇਸ ਨੇ ਸਾਡੇ ਸਭ ਨਾਲ ਬੋਲਣਾ ਚਾਲਣਾ ਹੀ ਬੰਦ ਕਰ ਦਿੱਤਾ ਸੀ। ਜਿੰਨਾ ਪੁੱਛੋ ਬਸ ਓਨਾ ਹੀ ਜਵਾਬ ਦਿੰਦੇ ਨੇ, ਹਰ ਵੇਲੇ ਚੁੱਪ-ਚਾਪ ਤੁਰੇ ਫਿਰਦੇ ਆ। ਹੱਸਣਾ ਤਾਂ ਇਹ ਸ਼ਾਇਦ ਭੁੱਲ ਹੀ ਗਏ ਨੇ। ਕਰਮਾ ਵੀਰੇ ਤੁਸੀਂ ਥੱਲੇ ਕਿਉਂ ਬੈਠੇ ਹੋ, ਉੱਠੋ, ਆ ਮੰਜੇ ਤੇ ਬੈਠੋ। ਤੁਸੀਂ ਮੇਰੇ ਨਾਲ ਜੋ ਕੀਤਾ ਮੈਨੂੰ ਉਸ ਦਾ ਕੋਈ ਗੁੱਸਾ ਨਹੀਂ ਹੈ। ਜੋ ਮੇਰੇ ਨਾਲ ਹੋਇਆ ਸ਼ਾਇਦ ਉਹ ਮੇਰੀ ਕਿਸਮਤ ਸੀ। ਜੇ ਮੈਂ ਇੱਥੋਂ ਨਾ ਜਾਂਦਾ ਤਾਂ ਸ਼ਾਇਦ ਅੱਜ ਇੰਨੇ ਸਾਲਾਂ ਬਾਅਦ ਤੁਹਾਨੂੰ ਮਿਲਣ ਨਾ ਆਉਂਦਾ। ਮੇਰਾ ਇੱਕ ਘਰ ਛੁੱਟਿਆ ਤਾਂ ਰੱਬ ਨੇ ਦੂਜਾ ਘਰ ਦੇ ਦਿੱਤਾ। ਫਿਰ ਉਹ ਆਪਣੇ ਸਾਹਮਣੇ ਖੜੀ ਵੱਡੀ ਬੇਬੇ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ, ਇਹ ਆ ਮੇਰੀ ਵੱਡੀ ਬੇਬੇ ਸਰਦਾਰਨੀ ਸਤਵੀਰ ਕੌਰ, ਜਿਨ੍ਹਾਂ ਨੇ ਮੈਨੂੰ ਸੰਭਾਲਿਆ ਤੇ ਪਾਲ ਪੋਸ ਕੇ ਕਿਸੇ ਲਾਇਕ ਬਣਾਇਆ। ਜੇ ਇਹ ਮੈਨੂੰ ਨਾ ਮਿਲਦੇ ਤਾਂ ਸ਼ਾਇਦ ਮੈਂ ਵੀ ਰੁੱਲ ਜਾਣਾ ਸੀ। ਫਿਰ ਜਗਤਾਰ ਤੇ ਉਸਦੀ ਘਰਵਾਲੀ ਨੇ ਹੱਥ ਜੋੜ ਕੇ ਵੱਡੀ ਬੇਬੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਬੇਬੇ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੀ, ਭਾਈ ਸਾਹਿਬ ਤੁਸੀਂ ਤਾਂ ਬਹੁਤ ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਰੱਬ ਨੇ ਕਰਮੇ ਵਰਗਾ ਭਰਾ ਦਿੱਤਾ। ਮੈਂ ਜਾਣਦੀ ਹਾਂ ਜਿੰਨਾ ਤੁਸੀਂ ਇਸ ਨੂੰ ਯਾਦ ਕਰਦੇ ਸੀ, ਇਹ ਵੀ ਤੁਹਾਨੂੰ ਓਨਾ ਹੀ ਯਾਦ ਕਰਦਾ ਹੁੰਦਾ ਸੀ ਤੇ ਕਈ ਵਾਰੀ ਤਾਂ ਨੀਂਦ 'ਚ ਸੁੱਤਾ ਪਿਆ ਹੀ ਕਹਿੰਦਾ ਰਹਿੰਦਾ ਸੀ, ਮੈਂ ਪੈਸੇ ਚੋਰੀ ਨਹੀਂ ਕੀਤੇ। ਜਗਤਾਰ ਵੀਰੇ, ਮੈਂ ਆਪਣੇ ਘਰ ਵਾਪਸ ਆਉਣਾ। ਹੁਣ ਜੋ ਹੋ ਗਿਆ ਉਹ ਤਾਂ ਅਸੀਂ ਬਦਲ ਨਹੀਂ ਸਕਦੇ ਨਾ, ਪਰ ਆਉਣ ਵਾਲਾ ਸਮਾਂ ਤਾਂ ਅਸੀਂ ਮਿਲ ਕੇ ਬਦਲ ਹੀ ਸਕਦੇ ਹਾਂ। ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਸਾਡੇ ਘਰ ਵਿੱਚ ਹੀ ਬਹੁਤ ਜਗ੍ਹਾ ਹੈ ਤੇ ਦਿਲ ਵਿੱਚ ਵੀ। ਕਰਮੇ ਪੁੱਤ ਸਮਾਨ ਇਕੱਠਾ ਕਰ ਆਪਣੇ, ਤੇਰੇ ਵੀਰੇ ਹੋਣਾ ਦਾ, ਆਪਾਂ ਹੁਣ ਇਹਨਾਂ ਨੂੰ ਵੀ ਆਪਣੇ ਨਾਲ ਲੈ ਜਾਣਾ। ਉਹਨਾਂ ਦੀ ਗੱਲ ਸੁਣ ਕੇ ਜਗਤਾਰ ਕਹਿਣ ਲੱਗਾ, ਨਹੀਂ ਭੈਣ ਜੀ, ਤੁਸੀਂ ਸਾਡੇ ਗਰੀਬਾਂ ਦੇ ਘਰ ਚੱਲ ਕੇ ਆਏ, ਸਾਡਾ ਦੁੱਖ ਤਕਲੀਫ ਸੁਣ ਕੇ ਸਾਡੇ ਬਾਰੇ ਇੰਨਾ ਕੁਝ ਸੋਚਿਆ, ਸਾਡੇ ਲਈ ਤਾਂ ਇਹੀ ਬਹੁਤ ਹੈ। ਪਰ ਸੱਚੀ ਗੱਲ ਇਹ ਹੈ ਕਿ ਮੈਂ ਆਪਣਾ ਇਹ ਘਰ ਨਹੀਂ ਛੱਡ ਸਕਦਾ। ਇਹ ਮੇਰੇ ਪਿਓ ਦੀ ਆਖਰੀ ਨਿਸ਼ਾਨੀ ਹੈ। ਉੱਪਰੋਂ ਫੇਰ ਆ ਲੋਕੀ ਕੀ ਕਹਿਣਗੇ ਕਿ ਪਹਿਲਾਂ ਇਹਨਾਂ ਦਾ ਮੁੰਡਾ ਤੁਹਾਡੇ ਘਰ ਆਇਆ ਤੇ ਹੁਣ ਇਹ ਆਪਣੇ ਭਰਾ ਭਰਜਾਈ ਵੀ ਲੈ ਆਇਆ। ਅਸੀਂ ਤਾਂ ਇਸ ਘਰ ਨੂੰ ਧਰਮਸ਼ਾਲਾ ਸਮਝ ਰੱਖਿਆ ਏ, ਮਾਫ ਕਰਨਾ ਜੀ, ਪਰ ਮੈਨੂੰ ਇਹ ਮਨਜ਼ੂਰ ਨਹੀਂ ਹੈ। ਕਰਮਾ ਫਿਰ ਕੁਝ ਦੇਰ ਸੋਚ ਵਿਚਾਰ ਕਰਨ ਤੋਂ ਬਾਅਦ ਕਹਿਣ ਲੱਗਾ, ਵੀਰੇ ਬੇਬੇ ਦੇ ਘਰ ਨਾ ਸਹੀ, ਪਰ ਜਦ ਮੈਂ ਆਪਣਾ ਘਰ ਬਣਾਉਂਗਾ ਤੁਸੀਂ ਉਸ ਘਰ ਵਿੱਚ ਤਾਂ ਰਹਿਣ ਆਓਗੇ ਨਾ। ਜਗਤਾਰ ਬਹੁਤ ਖੁਸ਼ੀ ਨਾਲ ਆਵਾਂਗਾ ਛੋਟੇ ਵੀਰ। ਕਰਮਾ ਠੀਕ ਹੈ ਵੀਰੇ, ਫਿਰ ਮੈਂ ਹੁਣ ਛੇਤੀ ਹੀ ਤੁਹਾਨੂੰ ਸਭ ਨੂੰ ਲੈਣ ਆਵਾਂਗਾ। ਜਗਤਾਰ ਨਸੀਬੋ ਜਾ ਕੇ ਚਾਹ ਧਰ ਪਹਿਲਾਂ। ਬੇਬੇ ਨਹੀਂ ਭਾਈ ਸਾਹਿਬ, ਤੁਸੀਂ ਇੰਨੀ ਤਕਲੀਫ ਨਾ ਕਰੋ, ਅਸੀਂ ਤਾਂ ਵੈਸੇ ਹੀ ਵਿਆਹ ਵਾਲਿਆਂ ਦੇ ਘਰ ਚਾਹ ਪੀ ਕੇ ਆਏ ਆ, ਅਸੀਂ ਤਾਂ ਇੱਥੇ ਇੱਕ ਕੰਮ ਆਏ ਸੀ। ਜਗਤਾਰ ਕਿਹੜੇ ਕੰਮ ਭੈਣ ਜੀ? ਬੇਬੇ ਅਸੀਂ ਕਰਮੇ ਦੀ ਪਹਿਚਾਣ ਲੱਭਣ ਲਈ ਆਏ ਆ,
ਤੁਸੀਂ ਸ਼ਾਇਦ ਇਸ ਵਿੱਚ ਸਾਡੀ ਕੋਈ ਮਦਦ ਕਰ ਸਕਦੇ ਹੋ। ਕੀ ਜਾਣਦੇ ਹੋ ਤੁਸੀਂ ਕਰਮੇ ਦੇ ਬਾਰੇ 'ਚ? ਜਗਤਾਰ ਫਿਰ ਕਹਿਣ ਲੱਗਾ, ਭੈਣ ਜੀ ਮੇਰੇ ਬਾਪੂ ਜੀ ਹੁਣੀ ਇੱਕ ਦਿਨ ਗੇੜਾ ਲੈ ਕੇ ਹਰਿਆਣੇ ਸਾਈਡ ਨੂੰ ਜਾ ਰਹੇ ਸਨ। ਕਿਸੇ ਪਿੰਡ ਕਰਮਪੁਰ ਦੀ ਨਹਿਰ ਕਿਨਾਰੇ ਉਹਨਾਂ ਦਾ ਟਰੱਕ ਪੰਚਰ ਹੋਇਆ ਸੀ। ਉੱਥੇ ਹੀ ਨਹਿਰ ਕਿਨਾਰੇ ਬਾਪੂ ਜੀ ਹੁਣਾਂ ਨੂੰ ਕਰਮਾ ਮਿਲਿਆ ਸੀ ਤੇ ਉਸ ਦੇ ਨਾਲ ਇੱਕ ਚਿੱਠੀ ਵੀ ਮਿਲੀ ਸੀ। ਬੇਬੇ ਕਿਹੜੀ ਚਿੱਠੀ, ਕੀ ਲਿਖਿਆ ਸੀ ਉਸ ਦੇ ਉੱਤੇ? ਜਗਤਾਰ ਫਿਰ ਖੜਾ ਹੋ ਕੇ ਕਹਿਣ ਲੱਗਾ, ਇੱਕ ਮਿੰਟ ਭੈਣ ਜੀ, ਮੈਂ ਹੁਣੇ ਲੈ ਕੇ ਆਉਂਦਾ, ਕਹਿ ਕੇ ਅੰਦਰ ਚਲਾ ਗਿਆ ਤੇ ਕੁਝ ਦੇਰ ਬਾਅਦ ਅੰਦਰੋਂ ਸੰਦੂਕ ਚੋਂ ਇੱਕ ਕਾਗਜ਼ ਲਿਆ ਕੇ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗਾ, ਆਹ ਕਾਗਜ਼ ਮਿਲਿਆ ਸੀ ਭੈਣ ਜੀ ਕਰਮੇ ਦੇ ਕੋਲੋਂ। ਫਿਰ ਜਦ ਬੇਬੇ ਨੇ ਉਹ ਕਾਗਜ਼ ਪੜ੍ਹਿਆ ਤਾਂ ਉਹ ਪੜ੍ਹ ਕੇ ਕਹਿਣ ਲੱਗੇ, ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕਿਰਪਾ ਕਰਕੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦੀ ਪਹੁੰਚ ਸਕਣ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।